ਆਦਿ ਨਿਰੰਜਨ ਹੈ ਗੁਰੂ ਨਾਨਕ। ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੀ ਉਚਾਰੀ। ਦੋਏ ਕਰ ਜੋਰ ਕਰੋ ਚਰਨ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਦਨ ਅਨਕ ਵਾਰ, ਸਰਵ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੂਹ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ। ਆਂਦ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪੁਰਸ਼ੋਤਮ ਪਰਮ ਪਰਾਵਰਨਾਥ, ਜੁਗਲ ਚਰਨ ਮਮ ਬੰਦਨਾ। ਧਾਰ ਕਰ ਧਾਰ ਪਰਮਾਥ, ਗੁਰੂ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ। ਜਿਸ ਕਰਣਾ ਤੇ ਵੜ ਅਗੀ, ਪਾਵਹਿ ਗਤ ਵਿਸ਼ਰਾਮ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਸੂਹੈ ਵੇਸ ਕਾਮਣ ਕੁਲਖਣੀ, ਜੋ ਪ੍ਰਭ ਛੋੜ ਪਾਰ ਪੁਰਖ ਧਰੇ ਪਿਆਰ। ਸੂਹੈ ਵੇਸ ਕਾਮਣ ਕੁਲਖਣੀ, ਜੋ ਪ੍ਰਭ ਛੋੜ ਪਾਰ ਪੁਰਖ ਧਰੇ ਪਿਆਰ। ਓਸ ਸੀਲ ਨ ਸੰਜਮ, ਸਦਾ ਝੂਠ ਬੋਲੈ। ਮਨਮੁਖ ਕਰਮ ਖੁਆਰ, ਜਿਸ ਪੂਰਬ ਹੋਵੈ ਲਿਖਿਆ। ਤਿਸ ਸਤਿਗੁਰ ਮਿਲੈ ਪਧਾਰ। ਸੂਹਾ ਵੇਸ ਸਭ ਉਤਾਰ ਧਰੇ, ਗਾਲ ਪਹਿਰੈ ਖਿਮਾ ਸੀਗਾਰ। ਪਈਐ ਸਾਹੁਰੈ ਬਹੁ ਸੋਭਾ ਪਾਏ, ਤਿਸ ਪੂਜ ਕਰੇ ਸਭ ਸਹਿ ਸਾਰ। ਓਹ ਰਲਾਈ ਕਿਸੈ ਦੀ ਨਾ ਰਲੈ, ਜਿਸ ਰਾਵੇ ਸਿਰਜਨਹਾਰ। ਨਾਨਕ ਗੁਰਮੁਖ ਸਦਾ ਸੁਹਾਗਣੀ, ਜਿਸ ਅਵਿਨਾਸੀ ਪੁਰਖ ਪਰਧਾਰ। ਨਾਨਕ ਗੁਰਮੁਖ ਸਦਾ ਸੁਹਾਗਣੀ, ਜਿਸ ਅਵਿਨਾਸੀ ਪੁਰਖ ਪਰਧਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੀਆਂ ਸੰਗਤਾਂ ਸਤਿਗੁਰੂ ਜੀ ਦੇ ਬਖਸ਼ੇ ਉਦਮ ਦੁਆਰਾ ਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਹਾਜ਼ਰੀ ਭਰਦੇ ਹੋਏ ਚੱਲ ਰਹੀ ਸਥਾਨ ਦੀ ਮਰਜ਼ਾਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਸੋਹਣੇ ਪ੍ਰਕਾਸ਼ ਦੀ ਸੇਵਾ ਹੋਈ ਹੈ। ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹਰਜਸ ਔਰ ਅੰਮ੍ਰਿਤ ਰੂਪ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸ਼ਰਵਣ ਕਰਨ ਵਾਸਤੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਸਵਾਈਮਾਨ ਹੋ ਰਹੇ ਹੋ। ਗੁਰੂ ਮਹਾਰਾਜ ਜੀ ਨੇ ਕਲਯੁਗੀ ਜੀਵਾਂ ਦੀ ਕਲਿਆਣ ਵਾਸਤੇ ਇਹ ਸਤਸੰਗਤ ਦਾ ਜੋ ਮਾਰਗ ਹੈ ਇਸ ਨੂੰ ਕਾਇਮ ਕੀਤਾ ਹੈ। ਸਤ ਸੰਗਤ ਬੜਿਆਂ ਭਾਗਾਂ ਨਾਲ ਮਿਲਦੀ ਹੈ। ਭਾਗਾਂ ਤੋਂ ਹੀਣਾ ਜੋ ਪੁਰਸ਼ ਹੈ ਉਹ ਸੱਚੀ ਸੰਗਤ ਤੋਂ ਟੁੱਟ ਜਾਂਦਾ ਹੈ। ਸੰਗਤ ਨਾਲੋਂ ਟੁੱਟਣ ਦੇ ਨਾਲ ਮਨ ਦੇ ਅੰਦਰ ਬਹੁਤ ਸਾਰੀਆਂ ਬੁਰਾਈਆਂ ਪੈਦਾ ਹੋ ਜਾਂਦੀਆਂ ਹਨ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨਾਂ ਭਾਗਾਂ ਤੋਂ ਚੰਗੀ ਸੰਗਤ ਨਹੀਂ ਮਿਲਦੀ ਹੈ। ਕੁਸੰਗਤਾਂ ਥਾਂ ਥਾਂ ਹੈ, ਥਾਂ ਥਾਂ ਕੁਸੰਗੀਆਂ ਦੇ ਟੋਲੇ ਬੈਠੇ ਆ। ਸੰਗਤ ਹਰ ਜਗ੍ਹਾ ਨਹੀਂ ਮਿਲਦੀ। ਇਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ ਤੇ ਭਾਗ ਕਰਮ ਵੀ ਸਹਾਇਤਾ ਕਰਨ, ਮਹਾਰਾਜ ਦੀ ਬਖਸ਼ਿਸ਼ ਮਿਲੇ, ਨਾਲ ਦੇ ਸਾਥੀ ਸਤਸੰਗਤ ਵੱਲ ਪ੍ਰੇਰਨ ਵਾਲੇ ਹੋਣ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਜਦੋਂ ਸੰਗਤ ਨਹੀਂ ਕਰਦੇ ਕਿ ਮਨ ਦੇ ਅੰਦਰ ਬਹੁਤ ਸਾਰੇ ਦੋਸ਼ ਪਾਪਾਂ ਦੀ ਮੈਲ ਨਾਲ ਮਨ ਭਰ ਜਾਂਦਾ ਹੈ। ਮੈਲਾ ਮਨ ਜਿਹੜਾ ਹੈ ਫਿਰ ਉਸਨੇ ਮੈਲੇ ਹੀ ਕਰਮ ਕਰਨੇ ਆ। ਕੋਈ ਚੰਗਾ ਤੇ ਕਰਨ ਦੀ ਆਸ ਹੈ ਹੀ ਨਹੀਂ। ਇਸ ਵਾਸਤੇ ਮਹਾਰਾਜ ਨੇ ਕੋਈ ਦਿਨ ਵਿਸ਼ੇਸ਼ ਕਰਕੇ ਨਹੀਂ ਕਿ ਫਲਾਣੇ ਦਿਨ ਹੀ ਸੰਗਤ ਕਰਨੀ ਹੈ, ਰੋਜ਼ਾਨਾ ਹੀ, ਹਮੇਸ਼ਾ ਹੀ। ਕਿਉਂਕਿ ਹਮੇਸ਼ਾ ਸੰਗਤ ਕਰਨੇ ਦੇ ਨਾਲ ਕੋਈ ਪਾਪ ਕਰਮ ਉਦੇ ਹੋਣ ਲਈ ਸਮਾਂ ਹੀ ਨਹੀਂ ਮਿਲਦਾ। ਉਹ ਨਾਲ ਹੀ ਨਾਲ ਦੁਰਮਤ ਧੋ ਹੋ ਜਾਂਦੀ ਹੈ। ਤੇ ਜੇ ਗੈਬ ਪੈ ਜਾਏ ਤੇ ਮਨ ਦਾ ਸੁਭਾਅ ਆ ਫਿਰ ਮਾੜੇ ਪਾਸੇ ਜਾਣਾ। ਫਿਰ ਇੰਨਾ ਟੁੱਟ ਜਾਂਦਾ ਕਿ ਫਿਰ ਸੰਗਤ ਨੂੰ ਵੈਸੇ ਹੀ ਪਿੱਛੇ ਹਟ ਜਾਂਦਾ। ਜੇ ਤੁਰੇ ਰਹੀਏ ਫਿਰ ਤੁਰਿਆ ਰਹਿੰਦਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਉਪਦੇਸ਼ ਪ੍ਰਾਰੰਭ ਹਨ। ਬਾਹਰ ਚੱਲ ਰਹੀ ਹੈ। ਗੁਰੂ ਮਹਾਰਾਜ ਕੁਝ ਲੌਕਿਕ ਦ੍ਰਿਸ਼ਟਾਂਤ ਦੇ ਕੇ ਗੱਲ ਪਰਮਾਰਥ ਦੀ ਸਿੱਧ ਕਰਨ ਦਾ ਹੀ ਵਿਚਾਰ ਦੇ ਰਹੇ ਹੈ ਕਿ ਜਿਹਦੇ ਨਾਲ ਸਮਝ ਵਿੱਚ
ਕੋਈ ਬਚਨ ਛੇਤੀ ਪੈ ਜਾਏ। ਕਈ ਵਾਰੀ ਪੁਰਾਤਨ ਇਤਿਹਾਸਾਂ ਦੇ ਦ੍ਰਿਸ਼ਟਾਂਤ ਵੀ ਹੈਗੇ ਆ, ਮੌਜੂਦਾ ਸਮੇਂ ਦੇ ਵੀ ਬਚਨ। ਮਹਾਰਾਜ ਤ੍ਰੈ ਕਾਲਦਰਸ਼ੀ ਹੈ, ਸਾਰੀ ਤਰ੍ਹਾਂ ਦੇ ਬਚਨ ਕਿਰਪਾ ਕਰਦੇ ਹਨ। ਆਓ ਸਾਰੀਆਂ ਸੰਗਤਾਂ ਮਨ ਬਿਰਤੀ ਦੀ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾ ਲਈ ਗੱਜ ਵੱਜ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਤੀਸਰੇ ਸਤਿਗੁਰੂ ਜੀ ਭਾਵ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ। ਸੋ ਹੈ ਵੇਸ ਕਾਮਣ ਭੁਲੱਖਣੀ। ਜਿਸ ਤਰ੍ਹਾਂ ਕੋਈ ਦੇਵੀ ਪਹਿਰਾਵਾ ਤੇ ਸੂਹੇ ਰੰਗ ਦਾ ਪਹਿਨ ਲਿਆ ਤੇ ਜਿਹੜੇ ਲੱਛਣ ਆ ਉਹ ਮਾੜੇ ਆ, ਉਹਦਾ ਜਿਹੜਾ ਰਹਿਣ ਸਹਿਣ ਆ, ਉਹਦੀ ਕਰਮ ਕਿਰਿਆ ਹੈ, ਕਿਉਂਕਿ ਲੱਛਣਾਂ ਤੋਂ ਬੰਦੇ ਦੀ ਪਛਾਣ ਹੁੰਦੀ ਹੈ ਨਾ। ਦੇਖਣ ਨੂੰ ਤਾਂ ਸਾਰੇ ਇੱਕੋ ਜਿਹੇ ਹੀ ਹੈ, ਚੋਰ ਆ, ਸਾਧ ਆ, ਉਹਦੀਆਂ ਆਦਤਾਂ, ਜਿਹੜੇ ਉਹਦੇ ਲੱਛਣ ਆ, ਉਹ ਤੋਂ ਹੀ ਪ੍ਰੀਖਿਆ ਹੁੰਦੀ ਹੈ। ਕਾਮਣ, ਉਹ ਜਿਹੜੀ ਦੇਵੀ ਹੈ, ਪਹਿਰਾਵਾ ਤਾਂ ਸੂਹਾ ਪਾਇਆ ਹੋਇਆ, ਪਰ ਜਿਹੜੇ ਕੁਲੱਖਣੀ ਖੋਟੇ ਲੱਛਣਾਂ ਵਾਲੀ ਹੈ। ਜੋ ਪ੍ਰਭ ਛੋੜ, ਜਿਸ ਨੇ ਪ੍ਰਭੂ ਨੂੰ ਛੱਡ ਦਿੱਤਾ, ਪਰਮਾਤਮਾ ਨੂੰ ਤਿਆਗ ਦਿੱਤਾ ਹੈ। ਪਰ ਪੁਰਖ ਧਰੇ ਪਿਆਰ। ਹੁਣ ਦੁਨਿਆਵੀ ਲੌਕਿਕ ਦ੍ਰਿਸ਼ਟਾਂਤ ਇਹ ਹੈ ਕਿ ਜਿਸ ਤਰ੍ਹਾਂ ਕੋਈ ਇਸਤਰੀ ਸੂਹਾ ਮੇਰਾ ਭਰਾਵਾ ਧਾਰਿਆ ਹੋਇਆ, ਲੱਛਣ ਖੋਟੇ ਹੈ, ਪਰਾਏ ਪੁਰਖਾਂ ਦੇ ਨਾਲ ਉਹਦੀ ਪ੍ਰੀਤੀ ਹੈ, ਪਤੀ ਵਰਤਾ ਜੋ ਧਰਮ ਆ ਉਹਦੇ ਤੋਂ ਡਿੱਗ ਚੁੱਕੀ ਹੈ। ਤੇ ਦੂਸਰੇ ਦ੍ਰਿਸ਼ਟਾਂਤ ਇਹ ਹੈ ਕਿ ਜਿਸ ਤਰ੍ਹਾਂ ਕੋਈ ਜੀਵ ਰੂਪੀ ਇਸਤਰੀ ਜਗਿਆਸੂ ਪਹਿਰਾਵਾ ਤਾਂ ਭਾਵੇਂ ਗੇਰੂ ਰੰਗਾ ਪਾ ਲਿਆ, ਭਗਵੇਂ ਪਾ ਲਿਆ, ਲੱਛਣ ਖੋਟੇ ਆ। ਉਹਨਾਂ ਬਹੁਤ ਸਾਰੇ ਮੰਗਤੇ ਉਹ ਭਗਵੇਂ ਲੀੜੇ ਪਾ ਕੇ ਬਾਟੇ ਫੜ ਕੇ ਮੰਗਦੇ ਫਿਰਦੇ, ਝੂਠ ਦਾ ਆਸਰਾ ਲੈਂਦੇ, ਤੇ ਸਾਧੂ ਉਹ ਹੈ ਨਹੀਂ। ਪਰ ਪੁਰਖ, ਪਰਾਇਆ ਪੁਰਖ ਕੌਣ ਆ? ਆ ਦੇਵੀ ਦੇਵਤੇ ਆ, ਪੀਰ ਫਕੀਰ ਆ, ਇਹਨਾਂ ਦੇ ਨਾਲ ਪ੍ਰੀਤੀ ਹੈ। ਕਿਉਂਕਿ ਨਾਰ ਮੋਏ ਕਰ ਸੰਪਤ ਨਾਸੀ, ਮੂੰਡ ਮਡਾਏ ਭਇਆ ਸੰਨਿਆਸੀ। ਇਸਤਰੀ ਮਰ ਗਈ, ਮੂੰਹ ਸਿਰ ਮਨਾ ਲਿਆ, ਹਮ ਤਾਂ ਸੰਨਿਆਸੀ ਬਾਵੇ ਹਾਂ। ਫਿਰ ਉਹ ਹੁਣ ਨਾ ਤਾਂ ਕਿਸੇ ਪੂਜਨਿਕ ਸਥਾਨ ਤੇ ਬਹਿੰਦੇ ਆ, ਉਹਨਾਂ ਨੇ ਫਿਰ ਕੋਈ ਮੋਟੀਆਂ ਮੋਟੀਆਂ ਕਬਰਾਂ ਵਗੈਰਾ ਜਾਂ ਜਠੇਰਿਆਂ ਨੇ ਅੱਜ ਕੱਲ੍ਹ ਜਗ੍ਹਾ ਜਗ੍ਹਾ ਬਹੁਤ ਬਣਾਈਆਂ, ਜਿੱਥੇ ਆਮ ਚੰਗੇ ਲੋਕ ਘੱਟ ਜਾਂਦੇ ਆ, ਇਹਨਾਂ ਨੂੰ ਉੱਥੇ ਬਹਿਣਾ ਫਿਰ, ਕਿਉਂਕਿ ਨਸ਼ਾ ਪੱਤਾ ਵੀ ਕਰਨਾ ਹੋਇਆ, ਹੋਰ ਵੀ ਕਈ ਤਰ੍ਹਾਂ ਦੇ ਪੁੱਠੇ ਕਰਮ ਕਰਦੇ ਆ। ਉਹ ਫਿਰ ਇਹੋ ਜਿਹੀਆਂ ਜਗ੍ਹਾ 'ਚ ਜਾ ਕੇ
ਪੀਰ ਬਣ ਕੇ ਬੈਠ ਜਾਂਦੇ ਆ, ਜਾਂ ਕੋਈ ਫਰਜ਼ੀ ਇਸ ਤਰ੍ਹਾਂ ਮਟੀ ਵਗੈਰਾ ਜਾਂ ਕਬਰ ਵਗੈਰਾ ਬਣਾ ਦਿੰਦੇ ਆ। ਇਤਿਹਾਸਕ ਪੱਖ ਕੋਈ ਹੁੰਦਾ ਨਹੀਂ, ਕਲਪਨਾ ਦੁਆਰਾ ਉਹ ਜਗ੍ਹਾ ਰਚੀਆਂ ਹੁੰਦੀਆਂ। ਉਹਨਾਂ ਦੇ ਨਾਮ ਵੀ ਫਿਰ ਇਸ ਤਰ੍ਹਾਂ ਹੀ ਇਹ ਆਪਣੇ ਢੰਗ ਜਿਹੇ ਨਹੀਂ ਰੱਖ ਲੈਂਦੇ ਆ। ਇਹ ਪੀਰ ਝੋਟੇ ਸ਼ਾਹ ਆ, ਇਹ ਚੁੱਪ ਸ਼ਾਹ ਆ, ਇਹ ਕਬਰ ਬੋਲਦੀ ਤਾਂ ਕੋਈ ਵੀ ਹੈ ਨਹੀਂ, ਇਸ ਤਰ੍ਹਾਂ ਦੇ ਨਾਂ ਨੂੰ ਰੱਖ ਲੈਂਦੇ ਆ। ਕਿਉਂਕਿ ਜਿਹੜਾ ਅਸਲੀ ਮਾਲਕ ਪਰਮੇਸ਼ਰ ਸੀ ਉਹਨੂੰ ਭੁਲਾ ਦਿੱਤਾ ਹੈ। ਪਰ ਪੁਰਖ ਇਹ ਜਿਹੜੇ ਪਰਾਏ ਜਿਨ੍ਹਾਂ ਦਾ ਆਪਣਾ ਦੀਨ ਅਮਾਨ ਕੋਈ ਨਹੀਂ, ਸਿਰਫ ਆਪਣੀ ਜਿਹੜੀ ਹਵਸ ਹੈ ਉਹਨੂੰ ਪੂਰਨ ਕਰਨ ਵਾਸਤੇ ਇਸ ਤਰ੍ਹਾਂ ਦੀ ਪ੍ਰੀਤੀ ਧਾਰਦੇ ਹਨ। ਸੂਹੈ ਵੇਸ ਕਾਮਣ ਕੁਲਖਣੀ। ਹਾਂ, ਸੂਹਾ ਵੇਸ ਤਾਂ ਧਾਰ ਲਿਆ ਤੇ ਮਨ ਦੇ ਅੰਦਰ ਬਹੁਤੀਆਂ ਕਾਮਨਾ ਕਰਕੇ ਕਾਮਣਿਆਂ ਨੂੰ ਜਾਦੂ ਕਰਨੀ ਹੈ, ਟੂਣੇ ਟੱਪਣੇ ਕਰਨੇ ਆ, ਛਲ ਬਲ ਧੋਖਾ ਹੇਰਾ ਫੇਰੀ ਤੇ ਲੱਛਣ ਬੜੇ ਖੋਟੇ ਹਨ। ਤੇ ਫਿਰ ਉਹ ਇਸ ਤਰ੍ਹਾਂ ਦੀ ਲੋਕਾਂ ਨੂੰ ਵੀ ਮੱਤ ਦੇਣੀ ਹੈ ਕਿ ਚਰਸਤੇ ਦੇ ਵਿੱਚ ਬੱਕਰੇ ਦਾ ਜਿਹੜਾ ਸਿਰ ਹੈ ਉਹ ਸਧੂਰ ਭੁੱਖ ਕੇ ਰੱਖ ਦਿਓ, ਜਾਂ ਫਲਾਣੇ ਦੇ ਘਰ ਮੂਹਰੇ ਮਾਂ ਜਿਹਾ ਖਿਲਾਰ ਦਿਓ। ਇਸ ਤਰ੍ਹਾਂ ਦਾ ਇਹ ਕਈ ਤਰ੍ਹਾਂ ਦੀ ਡਰਾਮੇਬਾਜ਼ੀ ਜਿਹੜੀ ਕਰਦੇ ਕਰਾਉਂਦੇ ਹਨ। ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ। ਐਸੇ ਜਿਹੜੇ ਲੋਕ ਇਹਨਾਂ ਨੇ ਪ੍ਰਭੂ ਨੂੰ ਤਾਂ ਤਿਆਗ ਦਿੱਤਾ, ਕਿਉਂਕਿ ਆਪ ਵੀ ਨਹੀਂ ਉਧਰ ਤੁਰਦੇ। ਪਰ ਪੁਰਖ ਜਿਹੜੇ ਇਸ ਤਰ੍ਹਾਂ ਦੇ ਹਾਂਜੀ ਮਰੇ ਹੋਏ ਲੋਕ ਆ, ਭੂਤ ਬਣੇ ਹੋਏ ਆ, ਉਹਨਾਂ ਦੀ ਪੂਜਾ ਕਰਦੇ ਕਰਾਉਂਦੇ ਹਨ। ਉਸ ਸੀਲ ਨਾ ਸੰਜਮ। ਹਾਂ, ਇਹ ਜਿਹੜੇ ਐਸੇ ਲੋਕ ਆ ਨਾ, ਇਹਨਾਂ ਦਾ ਸੀਲ ਸ਼ੁਭ ਆਚਰਣ ਨਹੀਂ ਹੈ, ਚੰਗਾ ਚਾਲ ਚੱਲਣ ਨਹੀਂ ਹੈ, ਤੇ ਸੰਜਮ ਵਾਲੀ ਬਿਰਤੀ ਵੀ ਹੈ ਨਹੀਂ ਵੀ ਕਿਸੇ ਨਿਯਮ ਵਿੱਚ ਆਪਣਾ ਜੀਵਨ ਢਾਲਿਆ ਹੋਵੇ। ਬੇਸੰਜਮਾ ਜੀਵਨ ਆ, ਨਾ ਕੋਈ ਖਾਣ ਦਾ ਪਰਹੇਜ਼, ਨਾ ਕੋਈ ਪਹਿਨਣ ਦਾ। ਸ਼ਰਾਬਾਂ ਪੀਂਦੇ ਆ ਤੇ ਫਿਰ ਇਸ ਤਰ੍ਹਾਂ ਉਹ ਜਿੱਥੇ ਰਹਿੰਦੇ ਉੱਥੇ ਜਾਨਵਰਾਂ ਦੀਆਂ ਬਲੀਆਂ ਵਗੈਰਾ ਦਿੰਦੇ ਦੁਆਉਂਦੇ ਆ। ਕੁੱਕੜ ਮੁਰਗੇ ਕਹਿਣਾ ਕੁੱਕੜ ਛੱਡ ਦਿਓ ਜੀ, ਉਹ ਬਾਅਦ 'ਚ ਫਿਰ ਛਕਾ ਆਪ ਲੈਣਾ। ਇਸ ਤਰ੍ਹਾਂ ਦੀ ਕਿਰਿਆ ਇਹ ਕਰਦੇ। ਨਾ ਕੋਈ ਸੀਲ ਆ, ਚਾਲ ਚੱਲਣ ਵੀ ਚੰਗਾ ਨਹੀਂ ਤੇ ਸੰਜਮ ਵੀ ਹੈ ਨਹੀਂ, ਨਾ ਖਾਣ ਦਾ, ਨਾ ਪੀਣ ਦਾ, ਨਾ ਪਹਿਨਣ ਦਾ। ਇਸ ਤਰ੍ਹਾਂ ਗਿਰਗਿਟ ਵਾਂਗੂ ਨਵੇਂ ਨਵੇਂ ਰੰਗ ਬਦਲਦੇ ਆ। ਤੇ ਐਸੇ ਬਜ਼ਾਰੀ ਪੁਰਖਾਂ ਲਈ ਇਹਨਾਂ ਦੀ ਕਿਰਿਆ ਹੈ। ਸਦਾ ਝੂਠ ਬੋਲੇ। ਸਦਾ ਝੂਠ ਬੋਲਦੇ ਆ, ਤੇ ਜੇ ਸੱਚ ਬੋਲਣ ਲੱਗ ਪਏ ਫਿਰ ਤਾਂ ਦੁਕਾਨ ਚੱਲਣੀ ਵੀ ਹੈ ਨਹੀਂ ਨਾ। ਇਸ ਵਾਸਤੇ ਉਹ ਝੂਠ ਬੋਲਦੇ ਆ, ਹਾਂਜੀ, ਚਿਲਮਾਂ ਪੀਂਦੇ ਆ, ਤੇ ਇਸ ਤਰ੍ਹਾਂ ਫਿਰ ਫਰਾਟੇ ਮਾਰਦੇ ਆ ਐਸੀਆਂ। ਫਿਰ ਉਹ ਜਿਹੜੇ ਗਾਲਾਂ ਗੂਲਾਂ ਬਹੁਤ ਕੱਢਦੇ ਆ। ਫਿਰ ਉਹ ਜਿਹੜੇ ਜਾਣ ਵਾਲੇ ਉਹ ਕਹਿੰਦੇ ਹੁਣ ਇਹਦੇ ਵਿੱਚ ਹਵਾ ਆ ਗਈ ਹੈ। ਫਿਰ ਉਹ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਆ। ਤੇ ਕਈ ਤਾਂ ਮਾਈਆਂ ਵੀ ਜਾਂਦੀਆਂ ਮੇਰੇ ਮੁੰਡੇ ਦਾ ਵੀਜ਼ਾ ਲੱਗ ਜਾਏ। ਇਹ ਕਿਹੜਾ ਹੁਣ ਅੰਬੈਸੀ ਦਾ ਅਫਸਰ ਆ ਇੱਥੇ ਬੈਠਾ ਹੋਇਆ। ਉਹ ਫਿਰ ਇਸ ਤਰ੍ਹਾਂ ਦੇ ਲਾਰੇ ਲੱਪੇ ਲਾਉਂਦੇ ਆ। ਜੇ ਹੁਣ ਬੰਦੇ 10 ਵੀ ਗਏ, 2 ਚਾਹੁੰਦਾ ਤਾਂ ਵੈਸੇ ਹੀ ਲੱਗ ਲੁੱਗ ਜਾਣਾ। ਉਹ ਨਹੀਂ ਕਹਿਣਾ ਵੀ ਉੱਥੇ ਗਏ ਸੀ, ਉਹ ਪੀਰ ਜੀ ਦਾ ਵਚਨ ਹੋ ਗਿਆ। ਇਸ ਤਰ੍ਹਾਂ ਦੀ ਇਹ ਕਿਰਿਆ ਕਰਦੇ ਹਨ। ਮਨਮੁਖ ਕਰਮ ਖੁਆਰ। ਇਹਨਾਂ ਦੇ ਮਨਮੁਖਾਂ ਵਾਲੇ ਕਰਮ ਆ, ਕਿਉਂਕਿ ਭੂਤਾਨ ਜਾਣਤੀ ਭੂਤੇ ਜਿਹਾ ਗੀਤਾ 'ਚ ਵੀ ਲਿਖਿਆ। ਜਿਹੜਾ ਭੂਤਾਂ ਦੀ ਪੂਜਾ ਕਰਦਾ ਨਾ
ਉਹ ਮਰ ਕੇ ਫਿਰ ਭੂਤ ਹੀ ਬਣਦਾ। ਮਨਮੁਖਾਂ ਵਾਲੇ ਕੁਕਰਮ ਕਰਦੇ ਹਨ, ਇਸ ਕਰਕੇ ਖੁਆਰ ਖਰਾਬ ਹੁੰਦੇ ਹਨ। ਜਿਸ ਪੂਰਬ ਹੋਵੇ ਲਿਖਿਆ। ਕਹਿੰਦੇ ਮਾਰੇ ਪਏ ਲੋਕ ਇਸ ਤਰ੍ਹਾਂ ਕਿਵੇਂ ਕਰਦੇ ਆ? ਕਹਿੰਦੇ ਇਹਨਾਂ ਦੇ ਪਿਛਲੇ ਜਨਮ ਦੇ ਵੀ ਕਰਮ ਮਾੜੇ ਆ, ਹੁਣ ਵੀ ਉਹੋ ਜਿਹਾ ਕਰਮ ਕਰੀ ਜਾਂਦੇ ਆ, ਗਾਂ ਨਹੀਂ ਸੁਧਾਰ ਕਰਦੇ, ਪਿੱਛੇ ਕੀਤੇ ਗਾਂ ਹੀ ਸੁਧਰ ਜਾਈਏ। ਇਹਨਾਂ ਦੇ ਮੱਥੇ ਤੇ ਪੂਰਬਲੇ ਪਹਿਲੇ ਜਨਮਾਂ ਦੇ ਲੇਖ ਵੀ ਮਾੜੇ ਲਿਖੇ ਹੋਏ ਹਨ। ਤਿਸ ਸਤਿਗੁਰ ਮਿਲੈ ਪਧਾਰ। ਜਿਨ੍ਹਾਂ ਦੇ ਤਾਂ ਮਾੜੇ ਲਿਖੇ ਆ ਉਹ ਤਾਂ ਪੁੱਠੇ ਪਾਸੇ ਜਾਂਦੇ ਆ, ਤੇ ਜਿਨ੍ਹਾਂ ਦਾ ਪੂਰਬਲਾ ਕੋਈ ਚੰਗਾ ਕਰਮ ਲਿਖਿਆ ਨਾ, ਉਹਨਾਂ ਨੂੰ ਸਤਿਗੁਰੂ ਪੂਰਨ ਮਹਾਂਪੁਰਖ ਪਧਾਰ ਜੋ ਮਾਲਕ ਹੈ ਉਸ ਦੀ ਪ੍ਰਾਪਤੀ ਹੁੰਦੀ ਹੈ। ਸੂਹਾ ਵੇਸ ਸਭ ਉਤਾਰ ਧਰੇ। ਉਹ ਫਿਰ ਜਿਹੜੇ ਗੁਰਮੁਖ ਹੈ ਨਾ, ਉਹ ਇਸ ਤਰ੍ਹਾਂ ਜਿਹੜਾ ਦਿਖਾਵੇ ਦਾ ਪਹਿਰਾਵਾ ਹੈ ਉਸ ਨੂੰ ਉਤਾਰ ਕੇ ਧਰ ਦਿੰਦੇ ਹਨ, ਜਿਹਦੇ ਨਾਲ ਲੋਕਾਂ ਨੂੰ ਛਲਿਆ ਜਾਏ ਜਾਂ ਠੱਗੀ ਠੋਰੀ ਕਰਕੇ ਮਗਰ ਲਾ ਕੇ ਆਪਣਾ ਹਲਵਾ ਮੰਡਾ ਚਲਾਇਆ ਜਾਏ। ਇਸ ਤਰ੍ਹਾਂ ਦਾ ਪਖੰਡ ਵਾਲਾ ਜਿਹੜਾ ਬਾਣਾ ਉਹਨੂੰ ਤਿਆਗ ਦਿੰਦੇ ਹਨ। ਗਾਲ ਪਹਿਰੈ ਖਿਮਾ ਸੀਗਾਰ। ਉਹ ਗੱਲ ਦੇ ਵਿੱਚ ਖਿਮਾ, ਕਿਸੇ ਦਾ ਅਪਰਾਧ ਬਖਸ਼ ਦੇਣਾ, ਸ਼ੁਭ ਗੁਣਾਂ ਦਾ ਸ਼ਿੰਗਾਰ ਧਾਰਨ ਕਰ ਲੈਂਦੇ ਹਨ। ਖਿਮਾ ਦਾ, ਅਹਿੰਸਾ ਦਾ ਔਰ ਸਤ ਵਚਨ ਦਾ, ਸੰਤੋਖ ਦਾ, ਜਤ ਸਤ ਦਾ, ਇਹ ਜਿਹੜੇ ਸ਼ੁਭ ਗੁਣ ਹਨ, ਸ਼ੁਭ ਗੁਣਾਂ ਰੂਪੀ ਮੋਤੀਆਂ ਦਾ ਹਾਰ ਗਲ ਵਿੱਚ ਧਾਰ ਲੈਂਦੇ ਹਨ। ਪਈਐ ਸਾਹੁਰੈ ਬਹੁ ਸੋਭਾ ਪਾਏ। ਉਹ ਜਿਹੜੇ ਗੁਰਮੁਖ ਜਿਨ੍ਹਾਂ ਨੇ ਪਖੰਡ ਦਾ ਤਿਆਗ ਕਰਕੇ ਸੱਚ ਧਰਮ ਦਾ ਚੋਲਾ ਪਹਿਨ ਲਿਆ, ਉਹਨਾਂ ਨੂੰ ਪਈਏ ਸਹੁਰੇ ਲੋਕ ਤੇ ਪਰਲੋਕ ਵਿੱਚ ਸੁਖ ਦੀ ਪ੍ਰਾਪਤੀ ਹੁੰਦੀ ਹੈ। ਹੁਣ ਜਿਹੜੀ ਉਹ ਝੂਠੀ ਕਾਮਣ ਆਰ ਝੂਠੀ ਹੈ, ਕਾਮਣ ਟੂਣੇ ਕਰਨ ਵਾਲੀ ਹੈ, ਜਾਦੂਗਰਨੀ, ਉਹ ਪੇਕੇ ਸਹੁਰੇ ਵੀ ਢੋਈ ਨਹੀਂ ਨਾ ਪਾਉਂਦੀ, ਸ਼ੱਕ ਹੋ ਜਾਂਦੀ ਪੇ ਸਾਨੂੰ ਇਹਨੇ ਟੂਣੇ ਟਾਣੇ ਕਰਕੇ ਖਰਾਬ ਕਰੇ। ਉਹਦਾ ਫਿਰ ਦੋਹਾਂ ਪਾਸਿਆਂ 'ਚ ਸਤਿਕਾਰ ਨਹੀਂ ਰਹਿੰਦਾ, ਪੇਕਿਆਂ 'ਚ ਵੀ ਤੇ ਸਹੁਰਿਆਂ 'ਚ ਵੀ। ਇਸ ਤਰ੍ਹਾਂ ਦੇ ਜਿਹੜੇ ਇਹੋ ਜਿਹੇ ਲੋਕ ਆ, ਲੋਕ ਪਰਲੋਕ ਵਿੱਚ ਇਹਨਾਂ ਨੂੰ ਢੋਈ ਨਹੀਂ ਮਿਲਦੀ ਹੈ। ਤਿਸ ਪੂਜ ਕਰੇ ਸਭ ਸਹਿ ਸਾਰ। ਤੇ ਜਿਨ੍ਹਾਂ ਨੇ ਖਿਮਾ ਦਾ ਸ਼ਿੰਗਾਰ ਪਹਿਨ ਲਿਆ, ਸ਼ੁਭ ਗੁਣਾਂ ਦਾ, ਲੋਕ ਵਿੱਚ ਵੀ ਪਰਲੋਕ ਵਿੱਚ ਵੀ ਸਾਰਾ ਸੰਸਾਰ ਉਹਨਾਂ ਦੀ ਪੂਜਾ ਕਰਦਾ। ਉਹਨੂੰ ਦਿਖਾਵਾ ਤੇ ਪਰਪੰਚ ਕਰਨ ਦੀ ਲੋੜ ਵੀ ਕੀ ਹੈ, ਕਿਉਂਕਿ ਇੱਕ ਝੂਠ ਛਪਾਉਣ ਲਈ ਕਈ ਝੂਠ ਬੋਲਣੇ ਪੈਣੇ ਨੇ। ਤੇ ਜੋ ਸੱਚ ਧਾਰ ਲਿਆ ਫਿਰ ਤਾਂ ਕੋਈ ਇਹੋ ਜਿਹੀ ਗੱਲ ਕਰਨ ਦੀ ਲੋੜ ਹੀ ਨਹੀਂ ਪੈਂਦੀ। ਇਸ ਵਾਸਤੇ ਜਿਹੜੇ ਉਹ ਛਲੀਏ ਠੱਗੀ ਠੋਰੀ ਵਾਲੇ ਲੋਕ ਆ, ਉਹ ਫਿਰ ਉਹ ਕਪਟੀ ਕਿਰਿਆ ਜਿਹੜੀ ਧਾਰੀ ਹੋਈ ਹੈ ਉਹਨੂੰ ਛਪਾਉਣ ਵਾਸਤੇ ਕਈ ਤਰ੍ਹਾਂ ਦੇ ਛਲਵਲ ਜਿਹੜੇ ਆ ਉਹ ਕਰਦੇ ਆ। ਪਰ ਉਹ ਹੁਣ ਕਿੰਨਾ ਚਿਰ। ਇੱਧਰ ਮਹਾਰਾਜ ਛੇਵੇਂ ਪਾਤਸ਼ਾਹ ਅੰਮ੍ਰਿਤਸਰ ਦਾ ਜੰਗ ਜਿੱਤ ਕੇ ਝਬਾਲ ਬੀਬੀ ਜੀ ਦੀ ਸ਼ਾਦੀ ਹੋ ਗਈ, ਬੀਬੀ ਬੀਰੋ ਸਾਹਿਬ ਜੀ ਦੀ। ਤਰਨ ਤਾਰਨ ਸਾਹਿਬ ਆਏ, ਇਸ਼ਨਾਨ ਪਾਣੀ, ਬੜੇ ਵਰਦਾਨ ਬਖਸ਼ੇ। ਸ਼੍ਰੀ ਗੋਇੰਦਵਾਲ ਸਾਹਿਬ ਆ ਗਏ। ਇੱਥੇ ਫਿਰ ਆਪਣੇ ਸੁੰਦਰ ਜੀ ਨੂੰ ਲੈ ਕੇ ਤੇ ਪਰਿਵਾਰ ਦੇ ਜੀਆਂ ਨੂੰ ਸਾਰੇ ਸਥਾਨਾਂ ਦੀ ਯਾਤਰਾ ਕੀਤੀ, ਨਾ ਇਤਿਹਾਸ ਸੁਣਿਆ ਸੁਣਾਇਆ। ਬੌਲੀ ਸਾਹਿਬ ਵੀ ਸਾਰਿਆਂ ਨੇ ਇਸ਼ਨਾਨ ਕੀਤੇ। ਬਾਬਾ ਗੁਰਦਿੱਤਾ ਸਾਹਿਬ ਦੀ ਬੇਨਤੀ ਤੋਂ
ਕਿ ਮਹਾਰਾਜ ਬੌਲੀ ਸਾਹਿਬ ਦਾ ਮਹਾਤਮ ਦੱਸੋ। ਫਿਰ ਪਾਤਸ਼ਾਹ ਜੀ ਨੇ ਉਹ ਵੀ ਦੱਸਿਆ ਕਿ ਸ੍ਰੀ ਜਪਜੀ ਸਾਹਿਬ ਦਾ ਪਾਠ ਇੱਕ ਪੌੜੀ ਤੇ ਕਰਨਾ ਤੇ ਇਸ਼ਨਾਨ ਹਰ ਵੇਰੀ, 84 ਪਾਠ ਤੇ 84 ਇਸ਼ਨਾਨ। ਇਹਦੇ ਵਿੱਚ ਕੋਈ ਛਕਣਾ ਛਕਾਉਣਾ ਨਹੀਂ, ਹਾਜਤ ਕਿਰਿਆ ਨਹੀਂ ਕਰਨੀ, ਤੇ ਪਾਠ ਵੀ ਪ੍ਰੇਮ ਨਾ ਕਰਨਾ। ਗੁਟਕਾ ਫੜ ਕੇ ਨਹੀਂ ਵੀ ਅੱਖਾਂ ਨਾਲ ਅੱਖਰ ਦੇਖੀ ਜਾਣੇ, ਚਲੋ ਛੇਤੀ ਕੰਮ ਨਿਬੜ ਜਾਏ। ਪੂਰਾ ਰੂਹ ਦੇ ਨਾਲ 13-14 ਘੰਟੇ ਲਾਉਣੇ। ਫਿਰ ਹੁਣ ਇਹ ਆ ਵੀ ਕਈਆਂ ਨੂੰ ਹਾਜਤ ਕਿਰਿਆ, ਉਹ ਫਿਰ ਹੁੰਦਾ ਵੀ ਪਹਿਲਾਂ ਚੰਗੀ ਤਰ੍ਹਾਂ ਤੇਲ ਤੂਲ ਦੀ ਮਾਲਿਸ਼ ਕਰਕੇ ਸਾਬਣ ਲਾ ਕੇ ਨਹਾ ਲਓ। ਥੋੜ੍ਹਾ ਸਰੀਰ ਨੂੰ ਇਹਦੇ ਨਾਲ ਤਰੋਟ ਵੀ ਹੁੰਦੀ, ਬਲ ਵੀ ਮਿਲ ਜਾਂਦਾ। ਤੇ ਬਾਕੀ ਫਿਰ ਘਿਓ ਤੇ ਸ਼ੱਕਰ ਰਲਾ ਕੇ ਖਾ ਲਵੇ, ਫਿਰ ਉਹ ਕਿਰਿਆ ਘੱਟ ਹੁੰਦੀ ਹੈ। ਉਹ ਰੂਹ ਦੇ ਨਾਲ ਫਿਰ ਪਾਠ ਕਰੇ। ਤੇ ਇਸ ਤਰ੍ਹਾਂ ਉਹ ਮਹਾਂਪੁਰਸ਼ਾਂ ਨੇ ਇੱਕ ਵਾਰੀ ਲਾਇਆ, ਸੰਤ ਭਿੰਡਰਾਂ ਵਾਲਿਆਂ ਨੇ, ਬਾਬਾ ਮੋਹਨ ਸਿੰਘ ਨੇ। ਉਹ ਕਈ ਤਾਂ 37-38 ਘੰਟੇ ਆ ਜਾਣ, ਸੰਤ ਕਹਿੰਦੇ ਹਾਲੇ ਨਹੀਂ ਹੋਇਆ, ਫੇਰ ਜਾਓ ਬਈ। ਉਹ ਜਦੋਂ ਫਿਰ 14-14 ਘੰਟੇ ਲਾਏ ਨਾ, ਫਿਰ ਕਹਿੰਦੇ ਹੁਣ ਠੀਕ ਹੋਇਆ। ਵੀ ਇਸ ਤਰ੍ਹਾਂ ਥੋੜ੍ਹੀ ਹੈ ਵੀ ਆਪਾਂ ਹੁਣ ਚੁਟਕੀ ਪਾਠ ਕਰਨਾ, ਵੀ ਰੂਹ ਦੇ ਨਾਲ ਸਾਰਾ। ਕਈ ਵਾਰੀ ਫਿਰ ਉੱਤੇ ਲੈ ਕੇ ਗਏ ਬੰਦੇ ਆ, ਉਵੇਂ ਮਾਰੇ 60-60 ਘੱਟ ਲੱਗਣ ਦਿੰਦੇ ਆ, ਫਿਰ ਵੀ ਕਿਰਪਾ ਕਰ ਜਾਂਦੇ ਆ। ਤੋ ਇਸ ਵਾਸਤੇ ਫਿਰ ਉਹ ਜਿਹੜਾ ਪਾਠ ਹੈ ਨਾ, ਉਹ ਪ੍ਰੇਮ ਨਹੀਂ। ਕਿਉਂ ਹੁੰਦਾ ਤਾਂ ਗਰਮੀਆਂ ਦੇ ਮਹੀਨੇ 'ਚ ਹੀ ਹੈ। ਅੱਜ ਕੱਲ੍ਹ ਤਾਂ ਬਹੁਤ ਗਰਮੀਆਂ ਨੂੰ ਦੰਦ ਵੱਜਣ ਲੱਗ ਜਾਂਦੇ ਆ, ਅੰਬਾ ਚੜ੍ਹ ਜਾਂਦਾ। ਉਹ ਫਿਰ ਇਸ ਤਰ੍ਹਾਂ ਫਿਰ ਰਾਤ ਨੂੰ ਲੱਗ ਪਿਆ, ਸੰਗਤ ਉਦੋਂ ਘੱਟ ਜਾਂਦੀ ਨਾ, ਦਿਨਾਂ ਨੂੰ ਤਾਂ ਮੱਥਾ ਟੇਕਣ ਵਾਲੀ। ਪਰ ਆਪਾਂ ਉਹਨੂੰ ਬੌਲੀ ਨੂੰ ਬਣਾ ਲਿਆ ਟੂਰਿਸਟ ਗਾ। ਇਹ ਬਣਾਈ ਸੀ ਭਜਨ ਵਾਲਿਆਂ ਲਈ। ਸੰਗਤ ਜਿਹੜੀ ਉਹ ਗੁਰਦੁਆਰੇ ਬਹਿ ਕੇ ਕਥਾ ਕੀਰਤਨ ਸੁਣੇ, ਪਰ ਆਪਾਂ ਨਾ ਕੋਈ ਪਾਠ ਕਰਨਾ, ਨਾ ਕੋਈ ਇਸ਼ਨਾਨ ਕਰਨਾ। ਥੱਲੇ ਉਤਰੇ, ਚੂੜਾ ਲਿਆ, ਦੌੜੇ। ਜਿਹਨੇ ਪਾਠ ਕਰਨਾ ਸਗੋਂ ਵਿਘਨ ਪਾਉਣਾ ਉਹਨਾਂ ਨੂੰ। ਇਹ ਤਾਂ ਬਣਾਈ ਸੀ ਜਾਪ ਵਾਲਿਆਂ ਲਈ, ਤੇ ਅਸੀਂ ਹੁਣ ਬਣਾ ਲਿਆ ਕੰਮ। ਉਹ ਜਿਹੜੇ ਜਾਪ ਕਰਦੇ ਉਹਨਾਂ ਨੂੰ ਫਿਰ ਬੜੀ ਤੰਗੀ ਆਉਂਦੀ ਹੈ। ਸੋ ਇਸ ਵਾਸਤੇ ਵੀ ਕੋਈ ਨਿਯਮ ਹੋਣਾ ਚਾਹੀਦਾ ਵੀ ਜਿਹਦੇ ਨਾਲ ਜਿਹਨੇ ਜਾਪ ਕਰਨਾ ਉਹਨਾਂ ਨੂੰ ਕੋਈ ਵਿਘਨ ਨਾ ਪਵੇ। ਪਰ ਆਪਾਂ ਤਾਂ ਆਪਣਾ ਕੰਮ ਪੂਰਾ ਕਰਨਾ, ਵਿਘਨ ਪੈਂਦਾ ਪਈ ਜਾਏ ਉਹਨਾਂ ਨੂੰ। ਪਰ ਅਸੂਲ ਹੁੰਦੇ ਆ। ਸਿਮਰਨ ਤਾਂ ਹੀ ਹੋਊਗਾ ਜੇ ਉੱਥੇ ਜਗ੍ਹਾ ਇਕਾਂਤ ਹੋਊ, ਕੋਈ ਨਿਯਮ ਹੋਊਗਾ। ਜੇ ਆ ਕੇ ਉਹਨਾਂ ਦੇ ਠੁੱਡੇ ਮਾਰੀ ਜਾਣੇ, ਇਹ ਜਾਪ ਕਿਵੇਂ ਕਰਨਗੇ ਵਿਚਾਰੇ। ਇਸ ਵਾਸਤੇ ਫਿਰ ਉਹ ਨਿਯਮ ਦੇ ਨਾਲ ਇਹ ਜਾਪ ਕੀਤੇ ਜਾਣ, ਫਿਰ ਵਾਕਿਆ ਹੀ 84 ਕੱਟੀ ਜਾਂਦੀ। ਕਿਉਂ ਗੁਰੂ ਸਾਹਿਬ ਦੇ ਬਚਨ ਆ। ਅਤੇ ਜੇ ਫਾਰਮੈਲਿਟੀ ਪੂਰੀ ਕਰਨੀ ਹੈ ਫੇਰ ਨਹੀਂ। ਕਈ ਤਾਂ ਇਉਂ ਕਰਦੇ, ਇੱਕ ਇਸ਼ਨਾਨ ਕਰ ਲਿਆ ਅਤੇ ਜਪਜੀ ਸਾਹਿਬ ਪੜ੍ਹਦੇ ਆ, ਉਹਨੀ 84 ਪੌੜੀਆਂ ਲੰਘ ਜਾਣੀਆਂ। ਵੀ ਚਲੋ ਐਵੇਂ ਘੱਟ ਹੋ ਜਾਏਗੀ, ਗੱਜ ਕੇ ਬੋਲੋ ਸਤਿਨਾਮ। ਵੀ 84 ਪੌੜੀਆਂ 'ਤੇ ਘੁੰਮਣਾ, ਜਪਜੀ ਇੱਕੋ ਹੀ ਕਰਨਾ। ਹਾਂਜੀ, ਇੱਕ ਜਪਜੀ ਸਾਹਿਬ ਤਾਂ ਸਗੋਂ ਬਾਅਦ 'ਚ ਕਰਨਾ ਚਾਹੀਦਾ। ਵੀ ਜੇ ਕੋਈ ਲਗ ਮਾਤਰ ਰਹਿ ਗਈ ਹੈ ਉਹਦੀ ਸੁਧਾਈ ਵਾਸਤੇ ਵਾਧੂ ਚਾਹੀਦਾ। ਇਹ ਆ ਵੀ ਪਹਿਲਾਂ ਤਾਂ ਜਿਹੜੇ ਕੋਈ ਸ਼ੁਰੂ ਕਰ ਲੈਂਦੇ ਨਾ, ਫਿਰ ਤਾਂ ਜਾ ਕੇ ਹੁੰਦਾ ਵੀ ਕਾਹਨੂੰ ਫਸ ਗਏ, ਮਨ ਬੜਾ ਹਰਾਮੀ ਆ। ਅਤੇ ਫਿਰ ਜਿਹੜੇ ਟੱਪ ਜਾਂਦੇ ਨਾ 50 ਤੋਂ, ਫਿਰ ਥੋੜ੍ਹਾ ਰਸ ਵੀ ਆਉਣ ਲੱਗ ਜਾਂਦਾ। ਮਹਾਰਾਜ ਦੀ ਕਿਰਪਾ ਵੀ ਹੋਣ ਲੱਗ ਪੈਂਦੀ। ਕਈ ਤਾਂ ਵਿੱਚੇ ਛੱਡ ਕੇ ਭੱਜ ਜਾਂਦੇ, ਚਲੋ ਹੁਣ ਐਤਕੀ ਦੀ ਨਹੀਂ, ਅਗਲੀ ਵਾਰੀ ਫੇਰ ਦੇ ਲਾਂਗੇ। ਪਰ ਜਿਹੜਾ ਹੌਂਸਲੇ ਵਾਲਾ ਉਹ ਫਿਰ ਲੱਗਿਆ ਰਹਿੰਦਾ। ਫਿਰ ਹੁਣ ਮਹਾਰਾਜ ਕਿਰਪਾ ਕਰੀ ਦੇਣ। ਸੋ ਇਸ ਵਾਸਤੇ ਇਹ ਹੁਣ ਮਰਜ਼ਾਦਾ ਵੀ ਹੈਗੀਆਂ। ਅਤੇ ਮਹਾਰਾਜ ਸੱਚੇ ਪਾਤਸ਼ਾਹ ਸਾਰਾ ਹੀ ਸੋਝੀ ਵੀ ਦਿੰਦੇ ਆ, ਸਮੱਤ ਵੀ ਦਿੰਦੇ ਹਨ। ਪਈਐ ਸਾਹੁਰੈ ਬਹੁ ਸੋਭਾ ਪਾਏ। ਉਹ ਗੁਰਮੁਖ ਪਈਏ ਵੀ ਅਤੇ ਸਹੁਰੇ ਵੀ
ਤੇ ਹੁਣ ਮਹਾਰਾਜ ਜਿਹੜੇ ਯਾਤਰਾ ਕਰਦੇ ਸੀ ਉਹ ਗੋਂਦਵਾਲ 'ਚ ਗਲੀਆਂ ਸੀਆਂ ਤੰਗ, ਤੇ ਮਹਾਰਾਜ ਦਾ ਡੀਨ ਡੋਲ ਵੀ ਵੱਡਾ ਸੀ ਤੇ ਚੋਲਾ ਵੀ ਕਈ ਕਲੀਆਂ ਵਾਲਾ ਸੀਗਾ। ਉਹ ਲੰਘਣ ਤੇ ਉਹ ਦੋਹੀਂ ਪਾਸੇ ਲੱਗਦਾ ਸੀ। ਤੇ ਮਹਾਰਾਜ ਨੇ ਉਹ ਤੀਰਾਂ ਦਾ ਪੱਥਾ ਵੀ ਭਰਿਆ ਸੀ ਤੇ ਵੱਡੀ ਸ੍ਰੀ ਸਾਹਿਬ ਵੀ ਪਹਿਨੀ ਹੋਈ ਸੀ। ਤੇ ਉੱਥੇ ਫਿਰ ਬਾਬਾ ਗੁਰਦਿੱਤਾ ਸਾਹਿਬ ਨੇ ਬੇਨਤੀ ਕੀਤੀ ਸੀ ਤੇ ਮਹਾਰਾਜ ਨੇ ਫਿਰ ਉਹ ਮਰਜ਼ਾਦਾ ਨੂੰ ਦੁਹਰਾਇਆ ਸੀ। ਫਿਰ ਦੱਸਿਆ ਸੀ ਸਾਬਣ ਮਲ ਬਾਰੇ ਵੀ ਗੱਲ ਚੱਲ ਪਈ ਵੀ ਮਹਾਰਾਜ ਨੇ ਇਹਨੂੰ ਪਹਾੜ ਭੇਜਿਆ ਸੀ ਨਾ, ਲੱਕੜ ਦੀ ਲੋੜ ਸੀ। ਉਹ ਕਹਿੰਦਾ ਕੋਈ ਸ਼ਕਤੀ ਦਿਓ, ਪਹਾੜੀਆਂ ਦੇ ਚਿੱਤ ਵੀ ਪੱਥਰ ਰਲ ਗਏ, ਪੱਥਰ ਚਿੱਤ ਪਹਾੜ ਦੇ। ਕਿਉਂਕਿ ਜਿਹੜੇ ਪਹਾੜੀ ਇਹੋ ਜਿਹਾ ਨਾ, ਪਹਾੜੀ ਮਿੱਤ ਕਿਸਕੇ ਖਾਏ ਭਾਤ ਕਿਸਕੇ, ਚੌਲ ਖਾਧੇ ਤਾਂ ਕਿਸ ਖਾਏ, ਇਹਨਾਂ ਦਾ ਇਹ ਜਿਹਾ ਹੀ ਆ। ਉਹ ਫਿਰ ਨਾ ਆਪਣੇ ਕਹਿਣ ਲੱਗੇ ਮਹਾਰਾਜ ਕੋ ਕਰਾਮਾਤ ਦਿਖਾਓਗੇ ਤਾਂ। ਮਹਾਰਾਜ ਨੇ ਮਾਲ ਦੇ ਦਿੱਤਾ, ਲੈ ਇਹਨੂੰ ਵਰਤੀ ਜਾਏ। ਉਹ ਸਾਬਣਵਾਲ ਦੀ ਮਾਤਾ ਆ ਗਈ ਕਿ ਮਹਾਰਾਜ ਸੁਣਿਆ ਪਹਾੜ 'ਚ ਜਾਦੂ ਟੂਣਾ ਬਹੁਤ ਕਰਦੇ ਆ, ਉੱਥੇ ਉਹ ਕੁਲ ਜੋਗਣਾ ਦੁਆਰਾ ਕਾਲਜਾ ਕੱਢ ਲੈਂਦੇ ਆ, ਵੀ ਮੇਰੇ ਪੁੱਤ ਨੂੰ ਭੇਜੀ ਜਾਂਦੇ ਆ, ਹੋਰ ਭੇਜ ਦਿਓ। ਮਹਾਰਾਜ ਕਹਿੰਦੇ ਕੋਈ ਨਹੀਂ ਘਬਰਾ ਨਾ, ਤੇਰੇ ਪੁੱਤ ਨੂੰ ਕੁਛ ਨਹੀਂ ਹੁੰਦਾ। ਸੱਚੇ ਪਾਤਸ਼ਾਹ ਕਹਿੰਦੇ। ਇਹ ਫਿਰ ਚੱਲ ਗਿਆ। ਉਹ ਰਾਜਾ ਇਕਾਦਸ਼ੀ ਦਾ ਵਰਤ ਰਖਾਉਂਦਾ ਸੀ, ਨਹੀਂ ਅੱਗ ਵਾਲੀ ਸ਼ਿਕਾਇਤ ਹੋ ਗਈ, ਇਹਨੂੰ ਜੇਲ੍ਹ 'ਚ ਪਾ ਦਿੱਤਾ। ਉਹਦਾ ਪੁੱਤ ਮਰ ਗਿਆ, ਇੱਕੋ ਇੱਕ ਸੀ। ਫਿਰ ਡਰ ਗਿਆ ਕਿ ਉਹ ਸੰਤ ਨੂੰ ਜਿਹੜੇ ਜੇਲ੍ਹ 'ਚ ਪਾਇਆ ਤਾਂ ਹੋਇਆ। ਫਿਰ ਮਾਫੀ ਮੰਗੀ ਉਹਨੇ। ਫਿਰ ਮਾਲ ਸ੍ਰੀ ਜਪਜੀ ਸਾਹਿਬ ਪੜ੍ਹ ਕੇ ਜਲ 'ਤੇ ਚਾਰੇ ਕੰਨੀਆਂ ਵਿੱਚ ਭਿਉਂ ਕੇ ਉਹ ਜਲ ਛਕਾਇਆ, ਛਿੱਟਾ ਮਾਰਿਆ ਤੇ ਉੱਠ ਕੇ ਬਹਿ ਗਿਆ। ਰਾਜਾ ਪ੍ਰੇਮੀ ਹੋਇਆ ਤੇ ਮਨ ਵੀ ਬੜਾ ਹੈਗਾ ਨਾ ਖਰਾਬ ਆ, ਤੇ ਸਿੱਖੀ ਸੇਵਕੀ ਬਣ ਗਈ। ਹੁਣ ਜਦੋਂ ਰਾਜਾ ਬਣ ਗਿਆ ਤੇ ਪਰਜਾ ਨੇ ਤਾਂ ਬਣਨਾ ਹੀ ਸੀ। ਕਹਿੰਦਾ ਫਿਰ ਇੱਥੇ ਤਾਂ ਆਪਾਂ ਗੁਰੂ ਬਣੇ ਬੈਠੇ ਹਾਂ, ਜੇ ਉੱਥੇ ਗਏ ਮਹਾਰਾਜ ਰੁਮਾਲੇ ਨਾ ਲੈ ਲੈਣ ਫਿਰ ਤਾਂ ਮੈਂ ਉਹੋ ਜਿਹਾ ਰਹਿ ਜਾਊਂਗਾ। ਮਹਾਰਾਜ ਜਾਣੀ ਜਾਣ। ਫਿਰ ਭੇਜਿਆ ਤੇ ਕਿਹੜੇ ਕੰਮ ਸੀ। ਉਹ ਕਬੀਰ ਸਾਹਿਬ ਕਹਿੰਦੇ ਨਾ, ਕਬੀਰ ਸਿੱਖ ਸਾਖਾ ਬਹੁਤੇ ਕੀਏ, ਕਿ ਸੋ ਕਿ ਉਹਨਾਂ ਮੀਤ ਚਾਲੇ ਤੇ ਹਰ ਮਿਲਣ ਕੋ ਬੀਚੇ ਅਟਕਿਓ ਚੀਤ। ਫਿਰ ਤਾਂ ਉਧਰ ਤੁਰ ਪਿਆ। ਮਹਾਰਾਜ ਨੇ ਰੁਮਾਲ ਕੇ ਚਲਿਆ। ਫੇਰ ਹੋਇਆ, ਫੇਰ ਕੀ ਹੋਇਆ। ਫਿਰ ਉਹ ਲੱਕੜਾਂ ਲੋਕਾਂ ਨੂੰ ਦਰਿਆ ਸਿੱਟੀਆਂ ਸਤੀਰੀਆਂ। ਰਾਜੇ ਨੂੰ ਲੈ ਕੇ ਫਿਰ ਆਇਆ। ਫਿਰ ਨਿੰਮੋ ਝੂਣਾ ਜਿਹਾ ਬੈਠਾ, ਮਾਫੀ ਮੰਗੀ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਵੀ ਤੂੰ ਤਾਂ ਹੋਰ ਲੈਣ ਤੇ ਤੁਰ ਪਿਆ ਸੀ। ਰਿਦ ਸਿਧ ਸਭ ਮੋਹ ਹੈ, ਨਾਮ ਨਾ ਬਸੈ ਮਨ ਆਏ। ਫਿਰ ਮਹਾਰਾਜ ਨੇ ਬਖਸ਼ਾਂ ਕੀਤੀਆਂ, ਸੁਧਾਰ ਵੀ ਕੀਤਾ। ਸੋ ਇਸ ਕਰਕੇ ਜਿਹੜਾ ਗੁਰਮੁਖ ਆ ਉਹ ਫਿਰ ਜਦੋਂ ਗੁਰੂ ਦੇ ਅਸੂਲ ਵਿੱਚ ਚੱਲਦਾ, ਫਿਰ ਉਹਦਾ ਲੋਕ ਵੀ ਔਰ ਲੋਕ ਵੀ ਸਾਰਾ ਸੰਸਾਰ ਵੀ ਸੋਭਾ ਕਰਦਾ। ਤੇ ਜੇ ਬਖਸ਼ਿਸ਼ ਲੈ ਕੇ ਦੂਏ ਪਾਸੇ ਤੁਰਦਾ ਤੇ ਜਿਹੜਾ ਬਖਸ਼ਿਸ਼ ਦੇ ਸਕਦਾ ਉਹ ਖੋ ਵੀ ਸਕਦਾ। ਬਖਸ਼ਿਸ਼ ਦੇਣ ਵਾਲਾ ਖੋ ਵੀ ਸਕਦਾ। ਪਰ ਸਿਆਣਾ ਬੰਦਾ ਉਹ ਜਿਵੇਂ ਰਾਜਾ ਸ਼ਿਕਾਰ ਨੂੰ ਗਿਆ, ਪਿਆਸ ਲੱਗੀ, ਉਹ ਪਿੱਛੇ ਰਹਿ ਗਿਆ, ਉਹਦੇ ਚੇਲੇ ਝਾੜੜੇ। ਉੱਥੇ ਕੋਈ ਆਪਣੇ ਘਾਈਆ ਸੀ ਜਲ ਲਈ, ਉਹ ਮਸ਼ਕ ਅੱਗੇ ਲਟਕਾ ਲੈਂਦੇ ਹੁੰਦੇ ਸੀ ਪਾਣੀ ਦੀ, ਉਹ ਹਵਾ ਨਾਲ ਠੰਡਾ ਹੋ ਜਾਣਾ। ਪਾਣੀ ਪਿਲਾਇਆ ਤੇ ਰਾਜੇ ਨੂੰ ਉੱਚੀ ਪਦਵੀ ਦੇ ਦਿੱਤੀ। ਵਜ਼ੀਰਾਂ ਨੂੰ ਈਰਖਾ ਹੋਈ ਕਿ ਕੱਲ੍ਹ ਹੈ ਘਾਹ ਕੋਦਾ, ਹੁਣ ਬਰਾਬਰ ਬਣ ਗਿਆ। ਉਹਨੇ ਇੱਕ ਮੰਦਰ ਬਣਾ ਕੇ ਨਾ ਉਹ ਰੰਬੇ ਦਾਤੀ ਦੀ ਤੰਗੜੀ ਦੀ ਪੂਜਾ ਕਰਿਆ ਕਰੇ। ਉਹੀ ਸ਼ਿਕਾਇਤ ਕੀਤੀ ਕਿ ਮਹਾਰਾਜ ਕੋਈ ਮੰਤਰੀ ਪਤਾ ਨਹੀਂ ਕੀ ਕਰ ਰਿਹਾ ਤੁਹਾਡਾ ਰਾਜ ਖੋਹਣ ਲਈ। ਰਾਜੇ ਦੇ ਸਿਰ ਤੇ ਰਸਾਨ ਸੀ ਤੇ ਰਾਜਾ ਹੈਗਾ ਸਿਆਣਾ ਸੀ। ਹੁਣ ਗੁਪਤ ਤੌਰ ਤੇ ਦੇਖਿਆ, ਬਾਅਦ 'ਚ ਪੁੱਛਿਆ ਵੀ ਇਹ ਪੂਜਾ ਕਰਦਾ ਤੰਗੜੀ ਰੰਬੇ ਦੀ। ਉਹ ਕਹਿੰਦਾ ਮਹਾਰਾਜ ਇਹ ਤਾਂ ਹੈਗੀ ਮੇਰੀ ਕਿਸਮਤ, ਆ ਜਿਹੜੀ ਗੱਦੀ ਹੈ ਤੁਸੀਂ ਬਖਸ਼ੀ ਹੈ, ਕੱਲ੍ਹ ਨੂੰ ਤੁਸੀਂ ਖੋਲੋ ਤੇ ਮੈਂ ਘਾਹ ਖੋਦ ਕੇ ਗੁਜ਼ਾਰਾ ਤਾਂ ਕਰ ਲਿਆ ਕਰੂੰਗਾ। ਰਾਜਾ ਖੁਸ਼ ਹੋ ਗਿਆ ਵੀ ਬੜਾ ਦਾਨਿਸ਼ਮੰਦ ਹੁੰਦਾ, ਉਹਨੂੰ ਵੱਡਾ ਵਜ਼ੀਰ ਬਣਾ ਦਿੱਤਾ।
ਇਸ ਤਰ੍ਹਾਂ ਹੈ ਵੀ ਜੇ ਤਾਂ ਉਸ ਅਕਾਲ ਪੁਰਖ ਦਾ ਧੰਨਵਾਦ ਕਰੀਏ, ਚੇਤੇ ਰੱਖੀ ਉਹਨੂੰ ਬਖਸ਼ਿਸ਼ ਦਿੱਤੀ ਹੈ, ਫਿਰ ਤੋਂ ਵੱਡੀ ਪਦਵੀ ਦੇ ਦਿੰਦਾ। ਜੇ ਅਹੰਕਾਰ ਕਰੇ ਪਹਿਲੀ ਵੀ ਗਵਾ ਪੈਂਦਾ। ਇਸ ਕਰਕੇ ਮਹਾਰਾਜ ਦੱਸਦੇ ਆ ਕਿ ਗੁਰਮੁਖ ਪਿਆਰਿਓ, ਲੋਕ ਵਿੱਚ ਵੀ ਪਰਲੋਕ 'ਚ ਵੀ ਸੋਭਾ ਹੁੰਦੀ ਹੈ, ਸੰਸਾਰ ਵੀ ਕਰਦਾ। ਜਿਹੜਾ ਫਿਰ ਉਹਦੇ ਉੱਤੇ ਵਿਸ਼ਵਾਸ ਧਰ ਕੇ ਸੰਜਮ ਵਿਵੇਕ ਵਿੱਚ ਰਹਿ ਕੇ ਚੱਲਦਾ ਹੈ। ਤਿਸ ਪੂਜ ਕਰੇ ਸਭ ਸਹਿਸਾਰ। ਹਾਂ, ਜਿਹੜਾ ਗੁਰੂ ਦੀ ਮੱਤ ਦੇ ਅਨੁਕੂਲ ਹੋ ਜਾਂਦਾ ਨਾ, ਸਾਰਾ ਸੰਸਾਰ ਹੀ ਪੂਜਾ ਕਰਦਾ। ਉੱਥੇ ਰਾਜਗੀਰੀ ਮਹਾਂਪੁਰਖ ਸੀਗੇ ਮਸਤਾਨੇ, ਉਹ ਫਿਰ ਸੰਤ ਕਰਤਾਰ ਸਿੰਘ ਨੂੰ ਕਿਤੇ ਕਿਤੇ ਚਿੱਠੀ ਲਿਖਦੇ ਹੁੰਦੇ ਸੀ, ਲਿਖਾਉਂਦੇ ਸੀ। ਚਿੱਠੀ ਹੁੰਦੀ ਸੀ ਹਿੰਦੀ ਦੇ ਵਿੱਚ। ਉਹ ਸੰਤਾਂ ਨੇ ਮੇਰੇ ਤੋਂ 2 ਵਾਰੀ ਪੜ੍ਹਾਈ। ਉਹ ਸ਼ਬਦ ਤਾਂ ਸਿੱਧੇ ਜਿਹੇ ਸੀ, करतार सिंह तुम हमको भूल गए, आगे फलानी चीज़ भेजते सी, फलानी भेजते सी। वो फिर कुदरती एक चक्कर जिहा बन गया। वो संत कहन लगे, मैं कहा बाबा जी फिर वो महापुरखों को तुसीं भुला दिता। आ चिट्ठी लिखी है, चिट्ठी लिखी है। सो इस वास्ते ਜਿਹੜੇ ਵੱਡੇ ਪੁਰਸ਼ ਹੁੰਦੇ ਆ ਉਹਨਾਂ ਦੀ ਆਸ਼ੀਰਵਾਦ ਬਹੁਤ ਵੱਡੀ ਹੁੰਦੀ ਹੈ। ਫਿਰ ਵੀ ਕੋਈ ਵਿਰੋਧੀ ਤਾਂ ਹੁੰਦੇ ਨਹੀਂ, ਉਹ ਫਿਰ ਚੇਤੇ ਕਰਾਉਣ ਲਈ ਕੋਈ ਨਾ ਕੋਈ ਕੌਤਕ ਵਰਤਾ ਦਿੰਦੇ ਆ ਵੀ ਇਹ ਚੇਤੇ ਜਿਹੜੇ ਆ ਨਾ, ਇਸ ਵਾਸਤੇ ਉਹ ਜਪਜੀ ਸਾਹਿਬ ਬਾਰੇ ਗਿਆਨੀ ਜੀ ਨੇ ਵੈਸੇ ਤਰੀਕਾ ਤਾਂ ਇਹ ਹੈ ਵੀ ਥੱਲੇ ਇਸ਼ਨਾਨ ਕਰਕੇ ਨੀਚਿਓਂ ਸ਼ੁਰੂ ਕਰਨਾ, ਕਈ ਉੱਪਰੋਂ ਸ਼ੁਰੂ ਕਰ ਲੈਂਦੇ ਆ। ਅਤੇ ਤਰੀਕਾ ਇਹ ਹੈ ਵੀ 3 ਪੌੜੀਆਂ ਤੋਂ ਹੁਣ ਜਲ ਚਾਹੀਏ ਨਾ, ਕਈ ਵਾਰੀ ਜਲ ਘਟਾ ਵਧਾ ਵੀ ਦਿੰਦੇ ਆ। ਅਤੇ ਇਸ ਵਾਸਤੇ ਨੀਚੇ ਤੋਂ ਕਰਦੇ ਉੱਪਰ ਜਾਣਾ, ਉੱਪਰੋਂ ਥੱਲੇ ਨਹੀਂ। ਇਹ ਵੀ ਚੰਗਾ ਹੋਇਆ ਕਿ ਪੁੱਛ ਲਿਆ ਤੁਸੀਂ। ਆਮ ਹੁਣ ਕਈ ਹੁੰਦੇ ਵੀ ਉੱਤਰੋਂ ਹੈਗਾ, ਅਤੇ ਇਸ ਵਾਸਤੇ ਉਹ ਨੀਚਿਓਂ ਇਸ਼ਨਾਨ ਕਰਦੇ ਕਰਦੇ ਫੇਰ ਜਾਣਾ। ਅਤੇ ਨਾਲ ਫਿਰ ਕਈ ਵਾਰੀ ਨਿਸ਼ਾਨੀ ਪਰਨਾ ਵਗੈਰਾ ਰੱਖ ਦਈਦਾ, ਪਰ ਉਹ ਕਈ ਵਾਰੀ ਯਾਤਰੂ ਹੋ ਜਾਂਦੇ ਉਹਦੇ ਪਰਨੇ ਚੱਕ ਕੇ ਛੱਡਤਾ, ਉਹ ਫੇਰ ਭੁਲੇਖਾ ਹੀ ਪੈ ਜਾਂਦਾ, ਕਿਉਂਕਿ ਖੱਲੀਆਂ ਪੈ ਜਾਂਦੀਆਂ। 2-3 ਦਿਨ ਤਾਂ ਉੱਠ ਨਹੀਂ ਹੁੰਦਾ, ਫਿਰ ਪੂਰਾ ਜ਼ੋਰ ਲੱਗ ਜਾਂਦਾ। ਉੱਤੇ ਜਾਣਾ, ਥੱਲੇ ਆਉਣਾ, ਕਰਨਾ, ਸਾਰੇ ਤਾਂ ਕਰਦੇ ਹੀ ਨਹੀਂ। ਕਈ ਤਾਂ ਹੁਣ ਪਹਿਲੀ ਪੌੜੀ ਕਰਕੇ ਸਾਰੀ ਜਾਂਦੇ ਆ। ਇਸ਼ਨਾਨ ਕਰ ਲੈਣੇ 84, ਪੜ੍ਹਨੀ ਪਹਿਲੀ ਪੌੜੀ। ਪਹਿਲੀ ਪੌੜੀ ਦਾ ਵੀ ਮਹਾਤਮ ਹੈਗਾ, ਇਹ ਨਹੀਂ ਵੀ ਨਹੀਂ, ਜਿਹੜਾ ਚੰਗਾ ਕੰਮ ਚੰਗਾ ਹੀ ਕਹਾਂਗੇ, ਪਰ ਹੁਕਮ ਸ੍ਰੀ ਜਪਜੀ ਸਾਹਿਬ ਦਾ ਪਾਠ ਦਾ ਜਿਹੜਾ ਹੁਕਮ ਹੈ ਨਾ, ਉਹ ਹੈਗਾ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਦਾ। ਬਾਣੀ ਤਾਂ ਸਾਰੀ ਸਤਿਕਾਰਯੋਗ ਹੈ। ਜਿਹੜਾ ਮਹਾਰਾਜ ਨੇ ਹੁਕਮ ਦਿੱਤਾ ਉਹ ਹੁਣ ਉੱਥੇ ਦੇਖ ਲਓ, ਪੁੰਨਿਆਂ ਦਾ ਹੀ ਮਹਾਰਾਜ ਨੇ ਬਹੁਤੀ ਕਿਰਪਾ ਕੀਤੀ, ਕਿਤੇ ਮੱਸਿਆ ਦਾ ਬਚਨ ਦੇ ਗਏ, ਗੱਲ ਬਚਨ ਦੀ ਹੁੰਦੀ ਹੈ। ਹਾਂਜੀ। ਪਈਐ ਸਾਹੁਰੈ ਬਹੁ ਸੋਭਾ ਪਾਏ। ਉਹ ਚਾਹੇ ਦੁਨਿਆਵੀ ਤੌਰ 'ਤੇ ਕੋਈ ਇਸਤਰੀ ਜਿਹੜੀ ਨਿਯਮ ਅਸੂਲ ਵਿੱਚ ਚੱਲਦੀ ਹੈ, ਪਤੀਵਰਤਾ ਧਰਮ ਦਾ ਪਾਲਣ ਕਰਦੀ ਹੈ, ਔਰ ਸੱਸ ਸਹੁਰੇ ਦਾ ਵੀ ਸਤਿਕਾਰ ਕਰਦੀ ਹੈ, ਮਾਂ ਪਿਓ ਦਾ ਵੀ, ਪਤੀ ਦੇਵ ਦਾ ਵੀ, ਆਏ ਗਏ ਮਹਿਮਾਨਾਂ ਦਾ ਵੀ, ਸੋ ਰਿਸ਼ਤੇਦਾਰਾਂ ਦਾ, ਅਤੇ ਘਰ ਨੂੰ ਸਵਾਰਦੀ ਬਣਾਉਂਦੀ ਹੈ, ਬੱਚਿਆਂ ਨੂੰ ਵੀ ਨੇਕ ਸਿੱਖਿਆ ਦਿੰਦੀ ਹੈ। ਉਹ ਕਹਿੰਦੇ ਪੇਕਿਆਂ 'ਚ ਵੀ ਅਤੇ ਸਹੁਰਿਆਂ ਦੇ ਘਰ ਵਿੱਚ ਕਹਿਣਗੇ ਜਿੱਦਣ ਦੀ ਇਹ ਕੰਨਿਆ ਆਈ ਹੈ ਸਾਡਾ ਤਾਂ ਘਰੇ ਹੀ ਸਵਾਰ ਦਿੱਤਾ, ਉਹਨੂੰ ਸਤਿਕਾਰ ਮਿਲਦਾ। ਅਤੇ ਇਸੇ ਤਰ੍ਹਾਂ ਜਿਹੜੇ ਜਗਿਆਸੂ ਗੁਰੂ ਕੀ ਆਗਿਆ ਦਾ ਪਾਲਣ ਕਰਦੇ ਹੋਏ ਚੱਲਦੇ ਹਨ, ਲੋਕ ਪਰਲੋਕ ਵਿੱਚ ਵੀ ਸੋਭਾ ਮਿਲਦੀ ਹੈ। ਸੰਸਾਰੀ ਜੀਵ ਵੀ ਉਹਨਾਂ ਦੀ ਸੋਭਾ ਕਰਦੇ ਹਨ। ਤਿਨ ਕੀ ਸੋਭਾ ਸਭਨੀ ਥਾਈਂ
ਹਰ ਜਗ੍ਹਾ ਉਹਨਾਂ ਦੀ ਸੋਭਾ ਹੁੰਦੀ ਹੈ। ਇਸ ਪੂਜ ਕਰੇ ਸਭ ਸੈ ਸਾਰ। ਸਾਰਾ ਸਹਿਸਾਰ ਸੰਸਾਰ ਹੀ ਉਹਨਾਂ ਦੀ ਪੂਜਾ ਕਰਦਾ ਹੈ। ਜਿੱਧਰ ਜਾਂਦੇ ਆ ਉਹਨਾਂ ਨੂੰ ਨਮਸਕਾਰਾਂ ਹੁੰਦੀਆਂ, ਹਰ ਪਾਸੇ ਉਹਨਾਂ ਦਾ ਸਤਿਕਾਰ ਹੀ ਸਤਿਕਾਰ ਹੁੰਦਾ ਹੈ। ਉਹ ਰਲਾਈ ਕਿਸੇ ਦੀ ਨਾ ਰਲੈ। ਕਿਉਂਕਿ ਜੇ ਕੋਈ ਪਖੰਡਵਾਦੀ ਭਰਾਵਾ ਧਾਰ ਕੇ ਰਲਾਉਣਾ ਚਾਹੇ ਉਹ ਥੋੜ੍ਹੀ ਰਲਦੇ ਆ। ਖੋਟਾ ਰੁਪਈਆ ਜਿੰਨਾ ਮਰਜ਼ੀ ਉਹ ਕਾਹਨੂੰ ਸਹੀਆਂ 'ਚ ਰਲੂਗਾ। ਉਹ ਕਿਸੇ ਦੇ ਰਲਾਂ ਰਲਦੇ ਨਹੀਂ, ਉਹ ਨਿਰਾਲੇ ਨਿਰਲੇਪ ਹੀ ਰਹਿੰਦੇ ਹਨ। ਜਿਸ ਰਾਵੇ ਸਿਰਜਨਹਾਰ। ਹਾਂ, ਜਿਸ ਰਾਵੇ ਸਿਰਜਣਹਾਰ, ਜਿਨ੍ਹਾਂ ਨੂੰ ਸਿਰਜਣਹਾਰ ਮਾਲਕ ਪਰਮੇਸ਼ਰ ਰਾਵੇ ਚੇਤੇ ਕਰਦਾ ਕਰਾਉਂਦਾ ਹੈ, ਯਾਦ ਕਰਨ ਦੀ, ਸਿਮਰਨ ਕਰਨ ਦੀ ਬਲ ਬੁੱਧੀ ਬਖਸ਼ਿਸ਼ ਕਰਦਾ ਹੈ। ਨਾਨਕ ਗੁਰਮੁਖ ਸਦਾ ਸੁਹਾਗਣੀ। ਹਾਂ, ਜਿਸ ਤਰ੍ਹਾਂ ਜਿਹੜੀ ਪਤੀਵਰਤਾ ਇਸਤਰੀ ਹੈ ਉਹਦਾ ਸੁਹਾਗ ਸਦਾ ਹੀ ਹੈ। ਬਾਬਾ ਰਾਮ ਸਿੰਘ ਬੇਦੀ ਹੋਏ ਨੇ, ਉਹ ਵੀ ਬਾਬਾ ਦੀਪ ਸਿੰਘ ਤਲੀ ਤੇ ਸੀਸ ਲੈ ਕੇ ਲੜੇ ਮਹਾਂਪੁਰਖ। ਜਦੋਂ ਉਹ ਸ਼ਹੀਦ ਹੋ ਗਏ, ਉਹਨਾਂ ਦੇ ਘਰ ਵਾਲੀ ਬੜਾ ਵਿਯੋਗ ਹੁੰਦਾ, ਵਿਯੋਗ ਕਰਦੀ ਸੀ। ਉਹਨੇ ਇੱਕ ਦਿਨ ਦਰਸ਼ਨ ਦਿੱਤੇ, ਘੋੜੇ ਤੇ ਆਏ ਕਿ ਅਸੀਂ ਅਮਰ ਹਾਂ, ਸਾਡਾ ਪਲੰਗ ਡਾ ਦਿਓ, ਸਰਬਲੋ ਦਾ ਗੜਵਾ ਜਲ ਭਰ ਕੇ ਰੋਜ਼ ਰੱਖਣਾ, ਧੂਪ ਬੱਤੀ ਕਰਨੀ, ਲੰਗਰ ਪਾਣੀ ਜਲ ਪਾਣੀ ਅਰਦਾਸ ਕਰਨੀ, ਤੇ ਰਾਤ ਦੇ 12 ਵਜੇ ਦਰਸ਼ਨ ਹੋਇਆ ਕਰੂ। ਦੱਸਣਾ ਨਹੀਂ ਕਿਸੇ ਨੂੰ, ਜਿੱਦਣ ਦੱਸਦਾ ਉਸ ਦਿਨ ਤੋਂ ਬਾਅਦ ਨਹੀਂ। ਤੇ ਜਦੋਂ ਉਹਨੂੰ ਹੁਣ ਪ੍ਰਤੱਖ ਦਰਸ਼ਨ ਦੇ ਗਏ, ਚੰਗਾ ਖਾਣਾ ਚੰਗਾ ਪਹਿਨਣਾ, ਉਹ ਸੱਸ ਕਹੇ ਵੀ ਮੇਰਾ ਪੁੱਤਰ ਸ਼ਹੀਦ ਹੋ ਗਿਆ, ਨਹੁੰ ਦੇ ਤੇ ਅਸਰ ਹੀ ਕੋਈ ਨਹੀਂ, ਇਹ ਚੰਗਾ ਖਾਂਦੀ ਹੈ ਚੰਗਾ ਪਹਿਨਦੀ ਹੈ। ਉਹ ਮਨ ਵਿੱਚ ਉਹਦੇ ਪ੍ਰਤੀ ਕੋਈ ਗਲਤ ਭਾਵਨਾ ਸੋਚਣ ਲੱਗ ਪਈ। ਇੱਕ ਦਿਨ ਉਹ ਗੱਲ ਉਸਨੇ ਨਕਮੀ ਜੀ ਕਹਿ ਹੀ ਦਿੱਤੀ, ਜਿਹੜੀ ਆਪਣੇ ਰਸਨਾ ਤੋਂ ਤਾਂ ਨਿਕਲਦੀ ਨਹੀਂ। ਉਹ ਫਿਰ ਸਹਿਣ ਕਰਨੀ ਬੜੀ ਔਖੀ ਸੀ। ਜਦੋਂ ਕਿਸੇ ਸੱਚੇ ਦੇ ਜੀਵਨ ਦੇ ਉੱਤੇ ਕੋਈ ਗਲਤ ਲੂਛਣ ਲਾਇਆ ਜਾਏ, ਉਹ ਫਿਰ ਕਹਿੰਦੀ ਮਾਤਾ ਜੀ ਤੇਰਾ ਪੁੱਤਰ ਜਿੰਦਾ ਹੈ। ਉਹ ਕਹੇ ਵੀ ਅਸੀਂ ਸੰਸਕਾਰ ਕੀਤਾ, ਜਿੰਦਾ ਕਿਵੇਂ? ਕਹਿੰਦੇ ਦਿਖਾਲ ਦਿਆਂਗੇ ਕਿ ਅਸੀਂ ਇਸ਼ਨਾਨ ਕਰ ਲਈ, ਵਸਤਰ ਬਦਲ ਲਈ, ਰਾਤ ਦੇ 12 ਵਜੇ ਆ ਜੀ। ਆ ਉਹਨਾਂ ਦਾ ਕਮਰਾ ਬਣਾਇਆ ਹੋਇਆ, ਉਹ ਘੋੜੇ ਤੇ ਆਏ, ਦਰਸ਼ਨ ਦਿੱਤੇ। ਜਾਂਦੇ ਉਹ ਕਹੇ ਤੂੰ ਹੁਣ ਬਚਨ ਹਾਰ ਗਈ, ਹੁਣ ਦਰਸ਼ਨ ਨਹੀਂ ਹੋਊ। ਉਹ ਬੀਬੀ ਨੇ ਫਿਰ ਚੰਗੇ ਲੀੜੇ ਨਾ ਪਾਉਣੇ, ਖਾਣਾ ਪੀਣਾ ਵੀ ਮਿੱਟੀ ਦੇ ਭਾਂਡਿਆਂ 'ਚ ਕਰ ਲਿਆ। ਕਹਿੰਦੇ ਕੀ ਗੱਲ? ਤੇ ਸੱਸ ਨੂੰ ਕਹਿੰਦੀ ਅੱਗੇ ਤਾਂ ਮੈਂ ਰੰਡੀ ਹੋਈ ਨਹੀਂ ਸੀ, ਹੁਣ ਤੈਂ ਕਰ ਦਿੱਤਾ। ਅੱਗੇ ਨਾ ਸੀ ਮੈਂ ਰੰਡੀ ਹੋਈ, ਹੁਣ ਤੈਂ ਕਰ ਦਿੱਤਾ, ਹੁਣ ਪਿੱਟਦੀ। ਸੋ ਇਸ ਵਾਸਤੇ ਉਹਨਾਂ ਦਾ ਸੁਹਾਗ ਸਦਾ ਬਣਿਆ ਰਹਿੰਦਾ ਹੈ। ਨਾਨਕ ਗੁਰਮੁਖ ਸਦਾ ਸੁਹਾਗਣੀ। ਜਿਹੜੇ ਗੁਰਮੁਖ ਪਿਆਰੇ ਹੈ, ਸੁਹਾਗ ਮੈਂ ਨੇ, ਉਹਨਾਂ ਦਾ ਪਰਮਾਤਮਾ ਨੇ ਮਿਲਾਪ ਵਾਲਾ ਜੀਵਨ ਹਮੇਸ਼ਾ ਬਣਿਆ ਰਹਿੰਦਾ। ਉਹਨਾਂ ਦੀ ਲਿਵ ਵਿਰਤੀ ਕਦੀ ਮਾਲਕ ਨੂੰ ਟੁੱਟਦੀ ਹੀ ਨਹੀਂ ਹੈ। ਜਿਸ ਅਵਿਨਾਸੀ ਪੁਰਖ ਪਰਤਾਰ। ਜਿਨ੍ਹਾਂ ਨੇ ਅਵਿਨਾਸ਼ੀ ਨਾਸ ਤੋਂ ਰਹਿਤ, ਪੂ ਪਾਪਾਂ ਤੋਂ ਰੱਖ ਰੱਖਿਆ ਕਰਨ ਵਾਲਾ ਪਰਮੇਸ਼ਰ, ਉਹਨੂੰ ਆਪਣਾ ਪ੍ਰਧਾਰ ਪਤੀ ਮਾਲਕ ਬਣਾ ਲਿਆ ਹੈ। ਮਹੱਲਾ ਪਹਿਲਾ। ਤੀਸਰੇ ਸਤਿਗੁਰੂ ਜੀ ਅੱਗੇ ਅਰਥ ਹੋਰ ਤੋਰਦੇ ਹਨ। ਸੂਹਾ ਰੰਗ ਸੁਪਨੇ ਨਿਸੀ। ਇਹ ਜਿਹੜਾ ਸੂਹਾ ਰੰਗ ਆ ਨਾ, ਚਾਹੇ ਕੱਪੜਿਆਂ ਦਾ ਚਾਹੇ ਚਿਹਰੇ ਮੋਹਰੇ ਦਾ,
ਇਹ ਤਾਂ ਰਾਤ ਦੇ ਸੁਪਨੇ ਵਾਂਗ ਝੂਠਾ ਹੈ, ਸਦਾ ਰਹਿਣ ਵਾਲੀ ਜਵਾਨੀ ਨਹੀਂ ਹੁੰਦੀ ਹੈ। ਬਿਨ ਤਾਗੇ ਗਲ ਹਾਰ, ਜਿਨ੍ਹਾਂ ਧਾਗੇ ਤੇ ਜਿਵੇਂ ਗਲ 'ਚ ਕੋਈ ਹਾਰ ਪਾਏ ਤੇ ਪੈ ਸਕਦਾ, ਇਸੇ ਤਰ੍ਹਾਂ ਇਹ ਸੁਪਨੇ ਵਾਲੀਆਂ ਗੱਲਾਂ, ਸੁਪਨੇ ਸੇਤੀ ਚਿਤ ਮੂਰਖ ਲਾਇਆ, ਆਰਜਾ ਗਈ ਬਿਹਾਏ ਧੰਦੇ ਧਾਇਆ, ਇਉਂ ਉਮਰ ਬਤੀਤ ਕਰਕੇ ਚੱਲ ਜਾਂਦੇ। ਅੱਜ ਕੱਲ੍ਹ ਤਾਂ ਬੱਚੇ ਬੱਚੀਆਂ ਬਹੁਤ ਹਵਾਈ ਕਿਲੇ ਬਣਾਉਂਦੇ ਆ, ਇਹਨਾਂ ਦੇ ਸੁਪਨੇ ਬਹੁਤ ਵੱਡੇ ਵੱਡੇ ਆ, ਕਈ ਤਾਂ ਉਹਨਾਂ ਦੇ ਵਿੱਚ ਪਾਗਲ ਹੋਏ ਫਿਰਦੇ ਆ, ਡਿਪਰੈਸ਼ਨ ਵਿੱਚ ਗੋਲੀਆਂ ਗਾਲੀਆਂ ਖਾਂਦੇ ਆ, ਨੀਂਦ ਹੀ ਨਹੀਂ ਆਉਂਦੀ ਹੈ, ਇੰਨੇ ਸੁਪਨਿਆਂ ਦੇ ਪੜੋਲ ਬੰਨੀ ਫਿਰਦੇ ਹਨ। ਸੱਚਾ ਰੰਗ ਮਜੀਠ ਕਾ, ਇਹ ਸੱਚਾ ਰੰਗ ਪਰਮੇਸ਼ਰ ਦੇ ਨਾਮ ਰੂਪੀ ਮਜੀਠੀ ਰੰਗ ਦਾ ਹੀ ਪੱਕਾ ਰੰਗ ਹੈ। ਗੁਰਮੁਖ ਬ੍ਰਹਮ ਵਿਚਾਰ, ਜਿਹੜੇ ਗੁਰਮੁਖ ਬ੍ਰਹਮ ਦੀ ਵਿਚਾਰ ਕਰਕੇ ਆਤਮਾ ਪਦ ਵਿੱਚ ਇਸਤਤ ਹੋ ਗਏ, ਉਹ ਹੀ ਮਜੀਠੀ ਰੰਗ ਦੀ ਰੰਗਣ ਵਿੱਚ ਪ੍ਰੇਮ ਵਿੱਚ ਰੰਗੇ ਗਏ ਹਨ। ਨਾਨਕ ਪ੍ਰੇਮ ਮਹਾਰਸੀ, ਇਹ ਜਿਹੜਾ ਪ੍ਰੇਮ ਹੈ ਇਹਦੇ 'ਚ ਮਹਾਨ ਰਸ ਹੈ, ਪਰ ਜੇ ਪ੍ਰੇਮ ਪੈ ਜਾਏ ਤੇ ਅੱਜ ਕੱਲ੍ਹ ਤਾਂ ਹੁਣ ਉਹ ਮਨਮੁਖ ਕੇਰੀ ਦੋਸਤੀ, ਮਨਮੁਖ ਦਾ ਜਮਰਨ, ਇਸ ਪ੍ਰੀਤੀ ਟੁੱਟਦੀ ਬਿਲਮ ਨਾ ਹੋਵੇ, ਲੱਗੀ ਕਦੋਂ ਇਹ ਤਾਂ ਟੁੱਟੀ ਕਦੋਂ। ਇਸ ਤਰ੍ਹਾਂ ਸਵਾਰਥ ਦੀ ਪ੍ਰੀਤੀ ਦਾ ਤੇ ਇਹੀ ਹੁੰਦਾ ਨਾ, ਮਤਲਬ ਦੀ ਜੋ ਪ੍ਰੀਤ ਬਹੁਤ ਦੇਰ ਨਹੀਂ ਠਹਿਰਦੀ। ਦੂਧ ਦੇਤੀਆਂ ਧੇਨ ਦੇਵਤਾ ਮਿਹਰ ਦੀ, ਜੇ ਤਾਂ ਦੁੱਧ ਦੇਵੇ ਕਹਿਣਾ ਗਾਮ ਤਾਂ ਕੰਮ ਤੇ ਨਹੀਂ ਆ, ਦੁੱਧ ਨਾ ਦੇਵੇ ਤੇ ਫੰਡ ਰਿਹਾ ਤੇ ਉੱਥੇ ਬੁਚੜਾ ਨੂੰ ਫੜਾ ਦਿਓ, ਆ ਵਿਚਾਰੀਆਂ ਕਿਵੇਂ ਗੰਦ ਪਿਲ ਖਾਂਦੀਆਂ ਫਿਰਦੀਆਂ ਨੇ। ਇਸ ਵਾਸਤੇ ਕਹਿੰਦੇ ਆ ਕਿ ਐਸੀ ਹਾਲਤ ਮਨਮੁਖਾਂ ਦੀ ਵੀ ਹੁੰਦੀ ਹੈ। ਸਭ ਬੁਰਾਈਆ ਛਾਰ, ਆ ਜਿੰਨੀਆਂ ਬੁਰਾਈਆਂ ਇਹ ਕਰ ਰਿਹਾ, ਇਹਨੂੰ ਛਾਰ ਸਵਾਹ ਰੂਪ ਬਣਾ ਦਿੰਦੀਆਂ ਹਨ, ਜੀਵਨ ਨੂੰ ਬਰਬਾਦ ਕਰ ਦਿੰਦੀਆਂ ਹਨ। ਪੌੜੀ, ਸਤਿਗੁਰੂ ਜੀ ਕਿਰਪਾਲਤਾ ਕਰਦੇ ਹਨ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਇਹੋ ਜਗ ਆਪੇ ਉਪਾਇਓਨ, ਇਹ ਸੰਸਾਰ ਜਿਹੜਾ ਹੈ ਰੰਗਾਂ ਰੰਗਾਂ ਦਾ, ਇਸ ਉਸ ਮਾਲਕ ਨੇ ਆਪ ਹੀ ਪੈਦਾ ਕੀਤਾ ਹੈ। ਕਰ ਚੋਜ ਵਿਡਾਨ, ਵਡਾਨ ਮੈਨੇ ਬੜੇ ਅਸਚਰਜ ਚੋਜ ਮਾਲਕ ਕਰਦੇ ਹਨ। ਹੁਣ ਭਾਈ ਭਗਤੂ ਜੀ ਮਹਾਰਾਜ ਕੋ ਆਏ, ਧੰਨ ਗੁਰੂ ਹਰਿਰਾਏ ਸਾਹਿਬ, ਬਿਰਧ ਸਰੀਰ ਸੀ ਤੇ ਕਹਿਣ ਲੱਗੇ ਭਾਈ ਭਗਤੂ ਕੋਈ ਚਰਖਾ ਸੇੜਿਆ ਤੇ ਸੇਵਾ ਸੁਭਾ ਹੋ ਜਾ ਕਰੇਗੀ, ਤੇ ਮਤਲਬ ਕੋਈ ਵਿਆਹ ਵੂ ਹੋਰ ਕਰਾਇਆ। ਉਹ ਜਦੋਂ ਜਾਣਾ ਮਹਾਰਾਜ ਨੇ ਇਹੀ ਕੌਤਕ ਕਰ ਦੇਣਾ। ਉਹ ਇੱਕ ਦਿਨ ਜਾ ਰਹੇ ਸੀ ਵੀ ਮਹਾਰਾਜ ਦਾ ਬਚਨ ਕੌਤਕ ਆ। ਉਹ ਲੜਕੀ ਮਣੇ ਤੇ ਬੈਠੀ ਤੇ ਬਾਜਰਾ ਸੀ, ਉਧਰ ਮਾਲਵੇ ਚ ਰਿਵਾਜ ਹੁੰਦਾ ਸੀ, ਉਹ ਕਾਮਾਂ ਕੁਮਾਂ ਜਾਨਵਰਾਂ ਨੂੰ ਉਡਾਉਂਦੀ ਹੈ। ਦੁਆਲੇ 4 ਪ੍ਰਕਰਮਾਂ ਕਰ ਦਿੱਤੀਆਂ ਵੀ ਤੂੰ ਹੁਣ ਵਿਆਹ ਨਾ ਕਰਾਈ, ਤੇਰਾ ਵਿਆਹ ਹੋ ਗਿਆ। ਉਹ ਲੜਕੀ ਵੀ ਦੇਖੋ ਕੋਈ ਐਸੀ ਸਤਵੰਤੀ, ਹੁਣ ਘਰਦਿਆਂ ਨੂੰ ਕਹਿ ਦਿੱਤਾ ਵੀ ਮੇਰਾ ਵਿਆਹ ਨਹੀਂ ਕਰਨਾ, ਮੇਰਾ ਵਿਆਹ ਹੋ ਗਿਆ। ਉਹ ਕਹਿੰਦੇ ਤੇਰਾ ਵਿਆਹ ਕਿਵੇਂ ਹੋ ਗਿਆ? ਨਾ ਕੋਈ ਪੇਕੇ, ਨਾ ਕੋਈ ਸਹੁਰੇ, ਨਾ ਕੋਈ ਨਾਨਕੇ, ਨਾ ਕੋਈ ਵਿਚੋਲਾ ਵਿਚੂਲਾ। ਉਹਨੇ ਕਿਹਾ ਵੀ ਇਉਂ ਗੱਲ ਹੋਈ। ਦੇਖੋ ਕੈਸੀ ਸਤੀ। ਉਹ ਸਾਧ ਸੰਗਤ ਜੀ ਕਹਿੰਦੇ ਗਵਾਹ, ਕਹਿੰਦੇ ਆ ਜਿਹੜਾ ਟਾਹਲੀ ਦੇ ਮੁੰਡ ਗੱਡ ਕੇ ਮਣਾ ਬਣਾਣਾ ਇਹੀ ਗਵਾਹ ਆ। ਉਹ ਜੀ ਹਰੇ ਭਰੇ ਹੋਗਾ। ਭਾਈ ਭਗਤੂ ਜੀ ਆ ਗਏ, ਮਾਰੇ ਪਿਆਸ ਪੈ। ਭਾਈ ਭਗਤੂ ਕੋ ਚਰਖਾ ਸੇੜਿਆ, ਕਹਿੰਦੇ ਮਾਰਾ ਇਉਂ ਹੋਈ। ਮਾਰਾ ਹੱਸਦੇ ਰਹੇ, ਕੌਤਕੀ ਸੀਗੇ ਨਾ। ਅੱਛਾ, ਉਹ ਲੜਕੀ ਤਾਂ ਹੁਣ ਭਾਈ ਭਗਤੂ ਜੀ ਤਾਂ ਇੱਥੇ ਕਰਤਾਰਪੁਰ ਪੇਚਿਸ ਦੀ ਬਿਮਾਰੀ ਹੋ ਗਈ। ਸਰੀਰ ਤਿਆਗਣ ਤੋਂ ਪੁੱਛਿਆ ਮਹਾਰਾਜ ਤੁਸੀਂ ਐਡੇ ਬ੍ਰਹਮ ਗਿਆਨੀ ਇਹ? ਕਹਿੰਦੇ ਉਹ ਬਾਂਗਰ ਦੇ ਲੋਕ ਜਿਹੜੇ ਚੋਰੀਆਂ ਚਾਰੀਆਂ ਕਰਕੇ ਮੱਝਾਂ ਲਿਆਉਂਦੇ ਸੀ, ਉਹ ਕੱਟੇ ਕੁੱਟੇ ਉੱਥੇ ਹੀ ਛੱਡ ਛੋੜ ਦੇਣੇ ਮੂੜੀ ਚਾੜ ਕੇ, ਵੀ ਉਵੇਂ ਕੱਟਾ ਨਾਲ ਹੋਇਆ ਤਾਂ ਮੱਝ ਲਿਜਾ ਨਹੀਂ ਹੋਣੀ ਚੋਰੀ ਦੀ। ਉਹ ਚੋਰੀ ਦਾ ਦੁੱਧ ਪਿਲਾਉਂਦੇ ਰਹੇ ਆ ਤਾਂ ਲੱਗੀ ਹੋਈ ਆ, ਉਹ ਭੁਗਤਾਨ ਭੁਗਤ ਰਹੇ ਆ। ਉਹ ਸਰੀਰ ਤਿਆਗ ਗਏ। ਇਹਨਾਂ ਦਾ ਲੜਕਾ ਗੌਰਾ ਸੀ ਤੇ ਜੱਸਾ ਮਹਾਰਾਜ ਦਾ ਚੌਰ ਕਰਦਾ ਹੁੰਦਾ ਸੀ।
ਉਹ ਜੱਸੇ ਨੇ ਹੱਸਦੇ ਨੇ ਕਹਿਤਾ ਭਾਈ ਗੌਰਾ ਜੀ ਨੂੰ, ਉਹ ਚੌਧਰੀ ਸੀ ਇਲਾਕੇ ਦਾ, ਕਿ ਮਹਾਰਾਜ ਅਸੀਂ ਦੋਏ ਭਰਾ ਸੀ, ਭਾਈ ਭਗਤੂ ਜੀ ਸਰੀਰ ਤਿਆਗ ਗਏ, ਇਹਨੂੰ ਤੂੰ ਮਾਤਾ ਕਹਿਣਾ, ਇਹ ਮੇਰੀ ਹਮ ਉਮਰ ਹੈ, ਮੇਰੇ ਬਹਾ ਦੇ। ਉਦੋਂ ਤਾਂ ਬੋਲਿਆ ਨਾ ਵੀ ਅਸੀਂ ਮਾਂ ਕਹਿੰਦੇ, ਸਾਡੀ ਮਾਂ ਨੂੰ ਇਹ ਗੱਲ ਕਹਿ ਜਾ। ਮੌਕਾ ਤਾੜ ਕੇ ਉਸਨੇ ਫਿਰ ਉਹਨੂੰ ਸ਼ਹੀਦ ਕਰ ਦਿੱਤਾ। ਮਹਾਰਾਜ ਕਹਿਣ ਲੱਗੇ ਕਿ ਗੌਰਿਆ, ਜੇ ਇੱਕ ਸ਼ਿਕਾਇਤ ਸੀ ਸਾਨੂੰ ਦੱਸਦਾ, ਏਡੀ ਗੱਲ ਦੇ ਤੇ ਤੂੰ ਏਡਾ। ਤੇ ਮਹਾਰਾਜ ਨੇ ਬਹੁਤ ਸਰਾਪ ਦਿੱਤੇ, ਪਰ ਗੌਰਾ ਪਿੱਛੇ ਨਹੀਂ ਹਟਿਆ, ਮਗਰੇ ਮਗਰ ਡੇਰਾ ਰੱਖਣਾ। ਕੀਰਤਪੁਰ ਰੋਪੜਾਲ ਜਾ ਰਹੇ ਸੀ, ਮਾਤਾਵਾਂ ਦੇ ਡੋਲੇ ਪਿੱਛੇ ਰਹਿ ਗਏ, ਸਤਿਗੁਰੂ ਅੱਗੇ ਨਿਕਲ ਗਏ। ਉਹ ਪਠਾਣਾ ਨੇ ਕਿਹਾ ਹਮਲਾ ਕਰ ਦਿਓ, ਇਹਨਾਂ ਦੇ ਬਜ਼ੁਰਗ ਗੁਰੂ ਹਰਗੋਬਿੰਦ ਸਿੰਘ ਨੇ ਸਾਡਾ ਬੜਾ ਨਾਸ ਕੀਤਾ, ਵੀ ਲੁੱਟ ਲਓ। ਤੇ ਭਾਈ ਗੌਰਾ ਜੀ ਨੇ ਬਹਾਦਰੀ ਦਿਖਾ ਕੇ ਉਹਨਾਂ ਦੇ ਚੰਗੇ ਛੱਕੇ ਛਡਾਏ, ਇੱਜ਼ਤ ਸੁਰੱਖਿਅਤ ਨਾਲ ਡੋਲਿਆਂ ਨੂੰ ਲੈ ਗਿਆ। ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੱਸਿਆ, ਮਹਾਰਾਜ ਫਿਰ ਖੁਸ਼ ਹੋ ਗਏ, ਉਹ ਸਰਾਫ ਸਰੂਪ ਬਖਸ਼ ਦਿੱਤੇ। ਤੋ ਭਾਵਿਆ ਕਿ ਮਹਾਰਾਜ ਕਈ ਵਾਰੀ ਇਸ ਤਰ੍ਹਾਂ ਦੇ ਚੋਜ ਵੀ ਕਰ ਲੈਂਦੇ ਸਨ। ਇਹੋ ਜਗ ਆਪੇ ਉਪਾਇਓਨ, ਇਹ ਸਾਰਾ ਸੰਸਾਰ ਉਸ ਮਾਲਕ ਨੇ ਪੈਦਾ ਕੀਤਾ ਹੋਇਆ ਹੈ। ਕਰ ਚੋਜ ਵਿਡਾਨ, ਵਡਾਨ ਮੈਨੇ ਬੜੇ ਅਸਚਰਜ ਚੋਜੀ ਚੋਜ ਕਰਦੇ ਹੈ, ਲੀਲਾ ਕਰ ਕਰਕੇ ਦੇਖਦੇ ਰਹਿੰਦੇ ਹਨ। ਪੰਜ ਧਾਤ ਵਿੱਚ ਪਾਈਨ, ਇਹ ਪੰਜ ਧਾਤ ਧਾਤੂ ਜਿਹੜੇ ਪੰਜੇ ਕਾਮ ਕਰੋ ਲੋ ਮੋਹੰਕਾਰ, ਪਹਿਲਾਂ ਪੰਜਾਂ ਤੱਤਾਂ ਦਾ ਸਰੀਰ ਬਣਾ ਲਿਆ ਨਾ, ਆਕਾਸ਼ ਬਾਜੂ ਅਗਨੀ ਜਲ ਧਰਤੀ ਦਾ। ਤੇ ਪੰਜ ਜਿਹੜੇ ਬਕਾਰ ਇਹਨਾਂ ਤੋਂ ਹੀ ਪੈਦਾ ਹੋਏ ਨਾ, ਆਕਾਸ਼ ਤੋਂ ਸ਼ਬਦ ਹੋ ਗਿਆ, ਹਵਾ ਤੋਂ ਸਪਰਸ਼ ਹੋ ਗਿਆ, ਅੱਗ ਤੋਂ ਰੂਪ ਹੋ ਗਿਆ, ਪਾਣੀ ਤੋਂ ਰਸ ਹੋ ਗਿਆ, ਧਰਤੀ ਤੋਂ ਗੰਧ ਹੋ ਗਈ। ਇਹ ਪੰਜੇ ਤੱਤ ਪਾਏ ਹੋਏ ਹਨ। ਮੋਹ ਝੂਠ ਗੁਮਾਨ, ਅੰਦਰ ਮੋਹ ਆ ਗਿਆ, ਝੂਠਾ ਗਮਾਨ ਹੰਕਾਰ ਵੀ ਪੈਦਾ ਹੋ ਗਿਆ। ਇਹ ਵੀ ਖੜੱਪੇ ਸੱਪ ਵਾਂਗੂ ਸਿਰ ਦੇ ਉੱਤੇ ਆ ਕੇ ਬਹਿ ਜਾਂਦਾ ਹੈ। ਆਵੇ ਜਾਏ ਭਵਾਈ ਐ, ਇਹ ਹੰਕਾਰ ਦਾ ਬੱਧਾ ਹੋਇਆ ਹਉਮੈ ਦਾ ਜੀਵ ਆਉਂਦਾ ਹੈ ਜਾਂਦਾ ਹੈ, 84 ਲੱਖ ਜੂਨਾਂ ਵਿੱਚ ਘੁਮਾਇਆ ਜਾਂਦਾ ਹੈ। ਹੁਣ ਬੂਲੇ ਕੋ ਗਏ ਸੀ ਨਾ ਸਿਆਲਕੋਟ, ਉਹ ਆ ਘਰ ਵਾਲੀ ਕਹਿੰਦੀ ਹੁਣ ਲੈ ਜਾਣਗੇ, ਤੈਨੂੰ ਕੀ ਪਤਾ ਕਦੋਂ ਛੁੱਟੀ ਦੇਣ। ਕਹਿੰਦਾ ਹੁਣ ਕਿਵੇਂ ਕਰਾਂ। ਕਹਿੰਦੇ ਆ ਗੁਹਾੜੀ 'ਚ ਵੜ ਜਾ, ਪਾਥੀਆਂ ਵਾਲੀ 'ਚ। ਉੱਥੇ ਵੜ ਗਿਆ। ਕਹਿੰਦੇ ਜੀ ਉਹ ਤਾਂ ਵਾਂਢੇ ਗਿਆ। ਅਤੇ ਮਰਦਾਨਾ ਜੀ ਮਾਰੇ, ਕਹਿੰਦੇ ਲਿਆਇਆ ਨਹੀਂ। ਕਹਿੰਦੇ ਘਰ ਵਾਲੀ ਨੇ ਇਹ ਕਿਹਾ। ਕਹਿੰਦੇ ਚੰਗਾ ਫਿਰ ਵਾਂਢਾ ਹੀ ਦੇਖੂ। ਉੱਥੇ ਕਦੇ ਸੱਪ ਨਿਕਲਿਆ, ਡੰਗ ਮਾਰਿਆ, ਮਰ ਗਿਆ। ਹੈਂ, ਉਹ ਕਹਿੰਦੇ ਜਾਇਆ ਪਿੱਟਿਆ, ਹੁਣ ਤਾਂ ਨਿਕਲੂ ਤਾਂ ਚਲੇ ਗਏ। ਨਿਕਲੇ ਹੁਣ ਕੌਣ, ਖੜੱਪਾ ਬੈਠਾ। ਉਹ ਸੱਪ ਭਜਾਇਆ, ਫਿਰ ਕੱਢਿਆ, ਫਿਰ ਚੱਕ ਕੇ ਮੰਜੇ 'ਤੇ ਲੈ। ਤੁਹਾਡਾ ਜੀ ਸੇਵਕ ਮਰ ਗਿਆ। ਕਹਿੰਦੇ ਵੀ ਪਹਿਲਾਂ ਸੇਵਕ ਨਾ ਜਿਹੜੇ ਜੀਂਦਾ ਸੀ, ਹੁਣ ਮਰਿਆ ਤੇ ਸਾਡਾ ਸੇਵਕ ਹੋ ਗਿਆ। ਤੇ ਜਿਹੜੇ ਜੀਂਦਾ ਉਦੋਂ ਵੀ ਸੇਵਕ ਸੀ, ਉਦੋਂ ਤਾਂ ਤੂੰ ਲੁਕੋਤਾ ਇਹਨੂੰ, ਹੁਣ ਕਹਿੰਦੀ ਤੁਹਾਡਾ ਸੇਵਕ ਹੈ। ਤੇ ਜੀਂਦਾ ਸੇਵਕ ਨਹੀਂ, ਉਦੋਂ ਜੀਂਦਾ ਸੀ ਤੇ ਤੇਰੀਆਂ ਬੂਤੀਆਂ ਕਰਦਾ ਸੀ। ਮਹਾਰਾਜ ਕਹਿੰਦੇ ਹੁਣ ਤਾਂ ਸ਼ਾਹੇ ਵਾਂਗੂ ਲੁਕਿਆ, 10ਵੇਂ ਜਾਮੇ ਕਰਾਂਗੇ। ਇਹ ਸ਼ਿਕਾਰ ਘਾਟ ਦਰਸ਼ਨ ਕੀਤੇ ਹੁਣ ਜਿਹੜੀ ਸੰਗਤ ਜਾਂਦੀ ਹਜ਼ੂਰ ਸਾਹਿਬ ਬਹਾਦਰ ਸ਼ਾਹ ਨਾਲ, ਤੇ ਉੱਥੇ ਸ਼ਾਹੇ ਦਾ ਸ਼ਿਕਾਰ। ਕਹਿੰਦੇ ਮਹਾਰਾਜ ਅੱਗੇ ਬੜੇ ਸ਼ੇਰ ਮਾਰੂ ਜਾਨਵਰਾਂ ਦਾ ਸ਼ਾਹ, ਕਹਿੰਦੇ ਸ਼ਾਹ ਨਹੀਂ ਤਾਂ ਮੂਲਾ ਸੀ। ਉੱਥੇ ਫਿਰ ਕਲਿਆਣ ਕੀਤੀ। ਇਉਂ ਫਿਰ 84 'ਚ ਵੀ ਪੈ ਜਾਂਦਾ ਹੈ। ਆਵੇ ਜਾਏ ਭਵਾਈ ਐ, ਆਉਂਦਾ ਹੈ ਜਾਂਦਾ ਹੈ, ਜੂਨਾਂ ਦੇ ਚੱਕਰ ਵਿੱਚ ਘੁਮਾਇਆ ਜਾਂਦਾ ਹੈ, ਬਚਨ ਤੋਂ ਖਿਸਕਿਆ ਹੋਇਆ। ਮਨਮੁਖ ਅਗਿਆਨ, ਮਨਮੁਖ ਜਿਹੜਾ ਅਗਿਆਨ ਦੇ ਨਾਲ, ਹਾਂਜੀ, ਮਨਮੁਖ ਅਗਿਆਨ, ਅਗਿਆਨ ਨੂੰ ਧਾਰਨ ਕਰਕੇ ਇਕ ਨਾ ਆਪ ਬੁਝਾਇਓ ਨਾ। ਹਾਂ, ਉਹ ਅਗਿਆਨੀ ਕਰਕੇ ਭਟਕਦਾ ਫਿਰਦਾ ਆ। ਜਿਨ੍ਹਾਂ 'ਤੇ ਕਿਰਪਾ ਕਰਦਾ ਗਿਆਨ ਦੇ ਕੇ ਉਹਨਾਂ ਨੂੰ ਸਾਰੀ ਗੱਲ ਬੁਝਾ ਦਿੰਦਾ, ਸਮਝਾ ਦਿੰਦਾ ਹੈ। ਗੁਰਮੁਖ ਹਰਿ ਗਿਆਨ, ਗੁਰਮੁਖਾਂ ਨੂੰ ਹਰੀ ਦੀ ਬੰਦਗੀ ਕਰਕੇ ਹਿਰਦੇ ਦੀ ਸ਼ੁੱਧੀ ਦੁਆਰਾ ਗੁਰੂ ਦੀ ਬਖਸ਼ਿਸ਼ ਨਾਲ ਆਤਮਾ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਭਗਤ ਖਜ਼ਾਨਾ ਬਖਸ਼ਿਓ ਨਾ, ਉਹਨਾਂ ਨੂੰ ਭਗਤੀ ਦਾ ਖਜ਼ਾਨਾ ਬਖਸ਼ ਦਿੰਦੇ ਆ। ਇਹ ਤਾਂ ਮੁੱਕਦਾ ਹੀ ਨਹੀਂ। ਬਾਬਾ ਗੁਰਬਖਸ਼ ਅਦਾਸੀ ਸਾਧੂ ਸੇਵਾ ਲਾਈ ਸੀ ਨਾ ਸੀਸਗੰਜ। ਕਹਿੰਦੇ ਮਹਾਰਾਜ ਹੁਣ ਤੁਸੀਂ ਚਲੇ ਜਾਣਾ, ਤੇ
ਫਿਰ ਰੋਟੀ ਪਾਣੀ ਦਾ ਕਿਵੇਂ ਚੱਲੂਗਾ? ਕਹਿੰਦੇ ਜਦੋਂ ਝਾੜੂ ਫੇਰਾਂਗੇ ਮੋਹਰ ਮਿਲਿਆ ਕਰੂ। ਉਹ ਝਾੜੂ ਫੇਰਨਾ ਮੋਹਰ ਮਿਲਣੀ। ਫਿਰ ਕਹਿੰਦਾ ਮਹਾਰਾਜ ਤੁਹਾਡੇ ਸਥਾਨ ਦੀ ਵੀ ਸੇਵਾ, ਲੰਗਰ ਵੀ ਆਈ ਸੰਗਤ ਲਈ ਵੀ। ਉਹ ਮਹਾਰਾਜ ਕਹਿੰਦੇ ਰੋਜ਼ ਨਾ ਸਤਾਇਆ ਕਰ, ਜਿੰਨਾ ਲੋੜਿਆ ਚੁੱਕ ਲਿਆ ਕਰੀ ਸਿਰਹਾਣੇ ਹੋ। ਮਹਾਰਾਜ ਨੌਵੇਂ ਪਾਤਸ਼ਾਹ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ ਪ੍ਰਤੱਖ ਹੈ। ਹਾਂਜੀ, ਭਗਤ ਖਜ਼ਾਨਾ ਬਖਸ਼ਿਓਨ, ਆਪਣੇ ਪਿਆਰਿਆਂ ਨੂੰ ਭਗਤੀ ਦਾ ਖਜ਼ਾਨਾ ਬਖਸ਼ ਦਿੰਦੇ ਹਨ। ਹਰ ਨਾਮ ਨਿਧਾਨ, ਹਰੀ ਪਰਮੇਸ਼ਰ ਦਾ ਨਾਮ ਨਿਧਾਨ ਵੱਡਾ ਖਜ਼ਾਨਿਓ ਖਜ਼ਾਨਾ ਹੈ। ਇਕਨਾ ਆਪ ਬੁਝਾਇਓ, ਇਕਨਾਂ ਨੂੰ ਸੋਝੀ ਦੇ ਕੇ ਸਾਰਾ ਕੁਝ ਸਮਝਾ ਬੁਝਾ ਦਿੰਦੇ ਹਨ। ਗੁਰਮੁਖ ਹਰ ਗਿਆਨ, ਗੁਰਮੁਖਾਂ ਨੂੰ ਹਰੀ ਪਰਮਾਤਮਾ ਦੇ ਮਿਲਾਪ ਦਾ ਗਿਆਨ ਪ੍ਰਾਪਤ ਹੋ ਜਾਂਦਾ। ਆਪ ਵੀ ਗਿਆਨੀ ਬਣ ਕੇ ਦੂਆਂ ਨੂੰ ਵੀ ਸਮਤ ਬਖਸ਼ਦੇ ਹਨ। ਭਗਤ ਖਜ਼ਾਨਾ ਬਖਸ਼ਿਓਨ, ਭਗਤਾਂ ਨੂੰ ਇਹ ਸੱਚਾ ਖਜ਼ਾਨਾ ਬਖਸ਼ ਦਿੱਤਾ ਮਾਲਕ ਨੇ। ਹਰ ਨਾਮ ਨਿਧਾਨ, ਇਹ ਹਰੀ ਦਾ ਨਾਮ ਜਿਹੜਾ ਨਿਧਾਨ ਆ, ਇਹਦੀ ਬਰਕਤ ਨਾਲ ਸਾਰਾ ਕੁਝ ਹੀ ਉਹਨਾਂ ਨੂੰ ਮਿਲੀ ਮਿਲਾਈ ਜਾਂਦਾ ਹੈ। ਇਸ ਸੰਗੀਓ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਜਿਹੜੀ ਹੈ, ਇਹਦਾ ਉਪਦੇਸ਼ ਆਪ ਜੀ ਨੇ ਸੁਣਿਆ ਹੈ। ਸੋ ਇਸ ਵਾਸਤੇ ਗੁਰੂ ਮਹਾਰਾਜ ਦੇਖੋ ਕਿੰਨੀ ਮਿਹਰ ਕਰਦੇ, ਕੋਈ ਸ਼ੰਕਾ ਬੰਕਾ ਰਹਿਣੀ ਨਹੀਂ ਦਿੰਦੇ। ਪਰ ਸਾਡੇ ਬਦਕਿਸਮਤੀ ਹੈ, ਪਹਿਲੀ ਗੱਲ ਤਾਂ ਅਸੀਂ ਗੁਰੂ ਘਰ ਆਉਂਦੇ ਬਹੁਤ ਘੱਟ ਹਾਂ। ਜੇ ਆ ਜਾਈਏ ਤਾਂ ਬਹਿ ਕੇ ਕਥਾ ਨਹੀਂ ਸੁਣਦੇ। ਮਨ ਵਿੱਚ ਬੜੀ ਵਿਖੇਪਤਾ ਚੰਚਲਤਾ ਹੈ, ਟਿਕਾ ਬਿਰਤੀ ਨਹੀਂ। ਸੰਗਤ ਕਥਾ ਦੇ ਟਾਈਮ ਆਉਂਦੀ ਤਾਂ ਬਹੁਤ ਹੈ। ਉਹ ਜਿਹੜੇ 10-15 ਸਰੋਤੇ ਰੋਜ਼ ਦੇ ਹੁੰਦੇ ਆ, ਉਹ ਤਾਂ ਥੋੜ੍ਹਾ ਜਿਹਾ ਬਹਿੰਦੇ ਆ। ਬਾਕੀ ਸਮਝਦੇ ਆਪਣਾ ਦਾ ਕੰਮ ਥੂ ਕੜੇ ਪਾਉਣਾ ਅਤੇ ਛੇਤੀ ਭਗੌੜੇ ਹੋਣਾ। ਸਾਡਾ ਨਹੀਂ ਫਰਜ਼ ਗੁਰੂ ਦੀ ਗੱਲ ਸੁਣਨ ਦਾ। ਉਵੇਂ ਕਹਿਣਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ, ਇਹਦੀ ਗੱਲ ਸੁਣਨ ਲਈ ਤਿਆਰ ਨਹੀਂ। ਅਤੇ ਘਰੋਂ ਇੰਨੀਆਂ ਕਾਮਨਾ ਲੈ ਕੇ ਤੁਰਦੇ ਹਾਂ, ਆਹ ਪੂਰਾ ਹੋ ਜਾਏ, ਉਹ ਹੋ ਜਾਏ। ਅਤੇ ਜੀ ਤੋਂ ਕਾਮਨਾ ਪੂਰੀਆਂ ਕਰਾਉਣੀਆਂ, 1 ਘੰਟਾ ਬੈਠ ਕੇ ਕਥਾ ਸੁਣਨੀ ਬਹੁਤ ਔਖੀ ਹੈ। ਅਤੇ ਫਿਰ ਦੱਸੋ ਲੈਣਾ ਦੇਣਾ ਕੀ ਹੈ? ਜੇ ਗੁਰੂ ਦੇ ਉੱਤੇ ਇੰਨਾ ਹੀ ਵਿਸ਼ਵਾਸ ਨਹੀਂ ਅਤੇ ਮਹਾਰਾਜ ਦੀ ਕਥਾ ਹੋ ਰਹੀ ਹੈ ਅਤੇ ਬੈਠ ਕੇ ਕੋਈ ਸਤਸੰਗ ਦਾ ਲਾਭ ਲੈ ਲਈਏ, ਪਰ ਉਹ ਮਨ ਦੇ ਵਿੱਚ ਇੰਨੀ ਚੰਚਲਤਾ ਉਚਾਟਤਾਈ ਲੱਗੀ ਹੋਈ ਹੈ। ਪਤਾ ਨਹੀਂ ਇੰਨੀ ਛੇਤੀ ਦੌੜ ਕੇ ਕਿਹੜਾ ਮੋਰਚਾ ਜਾ ਕੇ ਫਤਿਹ ਕਰਨਾ ਹੁੰਦਾ ਹੈ। ਅੰਦਰ ਹੈ ਨਹੀਂ, ਰਸ ਹੈ ਨਹੀਂ ਨਾ। ਜੇ ਤਾਂ ਬਾਣੀ 'ਚ ਰਸ ਆਉਂਦਾ ਹੋਵੇ ਫਿਰ ਤਾਂ ਬੰਦਾ ਬਹਿ ਜਾਂਦਾ। ਕੁਰਸਾਂ ਦੇ ਵਿੱਚ ਇੰਨੇ ਫਸੇ ਹੋਏ ਆ, ਜੇ ਕਿਸੇ ਪੁੰਨ ਨਾਲ ਆਏ ਜਾਂਦੇ ਆ ਤੇ ਆ ਕੇ ਬਹਿੰਦੇ ਨਹੀਂ। ਆਇਆ ਕਰੋ, ਕਥਾ ਵਾਰਤਾ ਹੁੰਦੀ ਹੈ, ਬੈਠ ਕੇ ਸੁਣੋ, ਘਰਦਿਆਂ ਨੂੰ ਵੀ ਦੱਸੋ ਅੱਜ ਮਹਾਰਾਜ ਨੇ ਆਹ ਬਚਨ ਕਿਹਾ ਸੀ, ਇਹ ਸਿੱਖਿਆ ਤੇ ਚਲੀਏ ਚਲਾਈਏ, ਫਿਰ ਤਾਂ ਹੋ ਜੂ ਲਾਭ। ਅਤੇ ਜੋ ਘੁੰਮ ਘੁਮਾ ਕੇ ਚਲੇ ਗਏ ਫਿਰ ਤਾਂ ਕੁਝ ਨਹੀਂ ਲੱਜਣਾ ਲਿਜਾਉਣਾ। ਸੋ ਮਹਾਰਾਜ ਕਿਰਪਾ ਕਰਨ, ਸਮਤ ਬਖਸ਼ਿਸ਼ ਕਰਨ, ਹਾਜ਼ਰੀ ਪ੍ਰਵਾਨ ਕਰਨ, ਨਾਮਦਾਨ ਸਿੱਖੀ ਦਾਨ ਭਰੋਸਾ ਤੰਦਰੁਸਤੀ ਬਖਸ਼ਿਸ਼ ਕਰਨ। ਪ੍ਰਬੰਧਕਾਂ ਦਾ, ਸੰਗਤਾਂ ਦਾ, ਸੇਵਾਦਾਰਾਂ ਦਾ ਧੰਨਵਾਦ। ਪੰਥ ਵਿੱਚ ਏਕਤਾ ਇਤਫਾਕ ਪਿਆਰ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।